Question number 21. In osmosis phenomena, ਸੋ ਦੇਖੋ osmosis phenomena ਦੇ ਵਿੱਚ ਦੇਖੋ ਕੀ ਹੁੰਦਾ ਹੈ। ਦੇਖੋ osmosis ਦੇ ਵਿੱਚ ਜਨਰਲੀ ਜੋ ਆਪਣਾ solvent ਆਪਾਂ ਲੈਂਦੇ ਹਾਂ that is your water। solvent ਕੀ ਹੁੰਦਾ ਹੈ osmosis ਦੇ ਵਿੱਚ ਤੁਹਾਡਾ water and that is a general experience। ਕੋਈ ਵੀ ਚੀਜ਼ ਹੈ ਉਹ ਹਮੇਸ਼ਾ ਤੁਹਾਡੀ high concentration to low concentration ਕੀ ਕਰਦੀ ਹੈ ਤੁਹਾਡੀ move ਕਰਦੀ ਹੈ। ਬਟ ਜਦੋਂ ਦੇਖੋ water ਦੀ ਗੱਲ ਕਰਦੇ ਹਾਂ ਤਾਂ high concentration ਦਾ ਮਤਲਬ ਕੀ ਹੁੰਦਾ ਹੈ water ਕੀ ਇੱਥੇ low ਹੈ low water content ਹੈ and low concentration ਦਾ ਮਤਲਬ ਕੀ ਹੁੰਦਾ ਹੈ ਉੱਥੇ ਪਾਣੀ ਦੀ ਮਾਤਰਾ ਕੀ ਹੈ ਤੁਹਾਡੀ ਜ਼ਿਆਦਾ ਹੈ ਮਤਲਬ high water content ਹੈ। ਤਾਂ that means ਜਦੋਂ ਆਪਾਂ osmosis ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚੋਂ ਜੋ ਤੁਹਾਡੇ solvent molecules ਨੇ ਉਹ ਤੁਹਾਡੇ low to high concentration ਦੇ ਵਿੱਚ ਕੀ ਕਰਦੇ ਨੇ move ਕਰਦੇ ਨੇ। The solvent molecules move from lower to higher concentration because in chemistry ਦੇ ਵਿੱਚ ਦੇਖੋ ਕੀ ਹੈ ਅਗਰ ਪਾਣੀ ਦੀ ਮਾਤਰਾ ਜ਼ਿਆਦਾ ਹੈ ਤਾਂ ਆਪਾਂ ਕਹਿੰਦੇ ਹਾਂ ਉਸਦੀ concentration ਕੀ ਹੈ ਘੱਟ ਹੈ। ਅਗਰ ਪਾਣੀ ਦੀ ਮਾਤਰਾ ਘੱਟ ਹੈ that means it has a higher concentration। ਤਾਂ ਜਦੋਂ ਵੀ ਆਪਾਂ ਪਾਣੀ ਦੇ ਨਾਲ ਰਿਲੇਟਡ ਗੱਲ ਕਰਨੀ ਹੈ ਤਾਂ ਆਪਾਂ ਕੀ ਕਹਿ ਰਹੇ ਹਾਂ ਕਿ osmosis ਦੇ ਵਿੱਚ ਕੀ ਹੈ ਤੁਹਾਡਾ solvent ਜੋ molecules ਨੇ ਉਹ ਤੁਹਾਡੇ lower to higher concentration ਕੀ ਕਰਦੇ ਨੇ move ਕਰਦੇ ਨੇ। lower concentration ਮਤਲਬ water content ਕੀ ਹੈ ਇੱਥੇ ਤੁਹਾਡਾ high ਹੈ water high content ਹੈ and high concentration ਦਾ ਮਤਲਬ ਕੀ ਹੈ low water content। ਤਾਂ always ਤੁਹਾਡੀ ਜੋ ਚੀਜ਼ ਹੈ ਹਮੇਸ਼ਾ ਹੀ high to low ਦੀ ਤਰਫ move ਕਰਦੀ ਹੈ। ਤਾਂ 21 ਦਾ ਆਨਸਰ ਕੀ ਆਏਗਾ ਤੁਹਾਡਾ B option। Question number 22। In the following gas equation ਦੇਖੋ ਦੇਖ ਸਕਦੇ ਹੋ ਜੋ ਗੈਸ ਇਕੁਏਸ਼ਨ ਗਿਵਨ ਹੈ ਇਹਦੇ ਵਿੱਚ ਹੀਟ ਰਿਲੀਜ਼ ਹੋ ਰਹੀ ਹੈ ਐਂਡ ਇਸ ਤਰ੍ਹਾਂ ਦੀ ਰਿਐਕਸ਼ਨ ਜਿਨ੍ਹਾਂ ਵਿੱਚ ਹੀਟ ਰਿਲੀਜ਼ ਹੁੰਦੀ ਹੈ ਉਸ ਰਿਐਕਸ਼ਨ ਨੂੰ ਆਪਾਂ ਬੋਲਦੇ ਹਾਂ ਤੁਹਾਡੀ ਐਕਸੋਥਰਮਿਕ ਰਿਐਕਸ਼ਨ। ਦੇਖੋ ਜੋ ਇਹ ਕੁਐਸਚਨ ਹੈ that is from the ਲੀ ਚੈਟਰੀਅਲ ਪ੍ਰਿੰਸੀਪਲ ਬਹੁਤ ਹੀ ਇੰਪੋਰਟੈਂਟ ਹੈ ਤੇ ਇਸ ਨੂੰ ਨੋਟ ਡਾਊਨ ਕਰ ਲੈਣਾ। ਇਸ ਬੇਸ ਤੇ ਬਹੁਤ ਸਾਰੇ ਕੁਐਸਚਨ ਤੁਹਾਡੇ ਪ੍ਰੀਵੀਅਸ ਈਅਰ ਦੇ ਵਿੱਚ ਪੁੱਛੇ ਜਾ ਚੁੱਕੇ ਨੇ। ਤਾਂ ਦੇਖੋ ਲੀ ਚੈਟਰੀਅਲ ਪ੍ਰਿੰਸੀਪਲ ਕੀ ਕਹਿੰਦਾ ਹੈ ਆਪਾਂ ਇਹ ਚੀਜ਼ ਧਿਆਨ ਰੱਖਣੀ ਹੈ ਕਿ ਆਪਣੀ ਜੋ ਗਿਵਨ ਰਿਐਕਸ਼ਨ ਹੈ ਉਹਦੇ ਵਿੱਚ ਹੀਟ ਤੁਹਾਡੀ ਰਿਲੀਜ਼ ਹੋ ਰਹੀ ਹੈ that means ਰਿਐਕਸ਼ਨ ਕੀ ਹੈ ਤੁਹਾਡੀ ਐਕਸੋਥਰਮਿਕ ਹੈ and for an exothermic reaction ਲਈ ਕੀ ਹੁੰਦਾ ਹੈ ਅਗਰ ਤੁਸੀਂ ਟੈਂਪਰੇਚਰ ਇਨਕਰੀਜ਼ ਕਰਦੇ ਹੋ ਤਾਂ ਰਿਐਕਸ਼ਨ ਤੁਹਾਡੀ ਬੈਕਵਰਡ ਜਾਂਦੀ ਹੈ and ਅਗਰ ਤੁਸੀਂ ਟੈਂਪਰੇਚਰ ਡਿਕਰੀਜ਼ ਕਰਦੇ ਹੋ ਤਾਂ ਰਿਐਕਸ਼ਨ ਕੀ ਜਾਂਦੀ ਹੈ ਤੁਹਾਡੀ ਫਾਰਵਰਡ ਜਾਂਦੀ ਹੈ and they have asked ਕਿ ਆਪਾਂ ਫਾਰਵਰਡ ਰਿਐਕਸ਼ਨ ਨੂੰ ਫੇਵਰ ਕਰਨਾ ਹੈ। ਤਾਂ ਫਾਰਵਰਡ ਰਿਐਕਸ਼ਨ ਕਦੋਂ ਫੇਵਰ ਹੋਏਗੀ ਜਦੋਂ ਟੈਂਪਰੇਚਰ ਕੀ ਹੋਏਗਾ ਤੁਹਾਡਾ ਲੋ ਟੈਂਪਰੇਚਰ ਹੋਏਗਾ। ਸੋ that means ਜਾਂ ਤਾਂ ਆਨਸਰ ਤੁਹਾਡਾ B ਆਪਸ਼ਨ ਆ ਸਕਦਾ ਹੈ ਜਾਂ ਆਨਸਰ ਕੀ ਆ ਸਕਦਾ ਹੈ ਤੁਹਾਡਾ C option। now that is according to the terms of your temperature। now second thing ਕੀ ਹੈ ਤੁਹਾਡੀ in terms of pressure। ਦੇਖੋ ਪ੍ਰੈਸ਼ਰ ਦੀ ਟਰਮ ਦੇ ਨਾਲ ਦੇਖੋ ਹੁਣ ਕਿਵੇਂ ਸਮਝਣਾ ਹੈ ਇੱਕ ਰੂਲ ਦੱਸ ਰਿਹਾ ਹਾਂ ਬਸ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਕੁਐਸਚਨ ਨੂੰ ਸੋਲਵ ਕਰਨਾ ਹੈ। ਤਾਂ ਦੇਖੋ ਇਹਦੇ ਵਿੱਚ ਆਪਾਂ ਡੈਲਟਾ Ng ਦੀ ਵੈਲਿਊ ਕੈਲਕੂਲੇਟ ਕਰਦੇ ਹਾਂ। ਡੈਲਟਾ Ng ਦਾ ਮਤਲਬ ਨੰਬਰ ਆਫ ਪ੍ਰੋਡਕਟ ਕਿੰਨੇ ਨੇ ਨੰਬਰ ਆਫ ਸਿਰਫ ਇੱਕ ਹੀ C ਮੋਲੀਕਿਊਲ ਹੈ ਤਾਂ 1 ਮਾਈਨਸ ਨੰਬਰ ਆਫ ਰਿਐਕਟੈਂਟ ਮੋਲੀਕਿਊਲ ਰਿਐਕਟੈਂਟ ਕਿੰਨੇ ਨੇ ਟੋਟਲ ਇੱਕ A ਦਾ ਮੋਲੀਕਿਊਲ ਹੈ ਐਂਡ ਦੋ B ਦੇ ਮੋਲੀਕਿਊਲ ਨੇ ਤਾਂ ਟੋਟਲ ਰਿਐਕਟੈਂਟ ਮੋਲੀਕਿਊਲ ਕਿੰਨੇ ਨੇ ਤੁਹਾਡੇ 3 ਨੇ। ਤਾਂ ਤੁਸੀਂ ਦੇਖ ਸਕਦੇ ਹੋ ਜੋ ਡੈਲਟਾ Ng ਦੀ ਵੈਲਿਊ ਹੈ that is -2 that is less than 0। ਤਾਂ ਜੋ ਦੇਖੋ ਮੈਂ ਇੱਥੇ ਰੂਲ ਲਿਖਵਾਉਣ ਜਾ ਰਿਹਾ ਹਾਂ that is for delta Ng less than 0। delta Ng less than 0 ਤਾਂ ਇਸ ਦੇ ਲਈ ਦੇਖੋ ਰੂਲ ਕੀ ਹੈ ਕਿ ਅਗਰ ਤੁਸੀਂ ਪ੍ਰੈਸ਼ਰ ਨੂੰ ਇਨਕਰੀਜ਼ ਕਰੋਗੇ ਤਾਂ ਰਿਐਕਸ਼ਨ ਤੁਹਾਡੀ ਫਾਰਵਰਡ ਡਾਇਰੈਕਸ਼ਨ ਵੱਲ ਜਾਂਦੀ ਹੈ ਅਗਰ ਤੁਸੀਂ ਪ੍ਰੈਸ਼ਰ ਨੂੰ ਡਿਕਰੀਜ਼ ਕਰੋਗੇ ਤਾਂ ਰਿਐਕਸ਼ਨ ਕਿੱਧਰ ਨਹੀਂ ਜਾਏਗੀ ਤੁਹਾਡੀ ਬੈਕਵਰਡ ਦੀ ਤਰਫ ਜਾਏਗੀ। ਬਸ ਤੁਸੀਂ ਆਹ ਦੋ ਪੁਆਇੰਟ ਧਿਆਨ ਦੇ ਵਿੱਚ ਰੱਖਣੇ ਨੇ ਅਗਰ ਤੁਹਾਡਾ ਡੈਲਟਾ Ng ਲੈਸ ਦੈਨ 0 ਹੈ ਤਾਂ ਅਗਰ ਤੁਸੀਂ ਪ੍ਰੈਸ਼ਰ ਵਧਾਓਗੇ ਤਾਂ ਰਿਐਕਸ਼ਨ ਫਾਰਵਰਡ ਜਾਂਦੀ ਹੈ ਅਗਰ ਪ੍ਰੈਸ਼ਰ ਨੂੰ ਤੁਸੀਂ ਘਟਾਓਗੇ ਤਾਂ ਰਿਐਕਸ਼ਨ ਕਿੱਧਰ ਜਾਂਦੀ ਹੈ ਤੁਹਾਡੀ ਬੈਕਵਰਡ ਜਾਂਦੀ ਹੈ। ਤਾਂ ਤੁਸੀਂ ਦੇਖੋ ਇੱਥੇ ਆਪਾਂ ਫਾਰਵਰਡ ਜਾਣਾ ਹੈ ਤਾਂ ਫਾਰਵਰਡ ਲਈ ਆਪਣੀ ਕੰਡੀਸ਼ਨ ਕੀ ਹੈ that should have high pressure। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ C option। ਦੇਖੋ ਮੰਨ ਲਓ ਅਗਰ ਤੁਹਾਡਾ ਡੈਲਟਾ Ng ਦਾ ਜੋ ਕੇਸ ਹੈ that should be greater than 0। ਅਗਰ ਜੋ ਤੁਹਾਨੂੰ ਗਿਵਨ ਇਕੁਏਸ਼ਨ ਹੈ ਉੱਥੇ ਅਗਰ ਡੈਲਟਾ Ng greater than 0 ਹੈ then ਪ੍ਰੈਸ਼ਰ ਦਾ ਰੋਲ ਕੀ ਹੋਏਗਾ ਰੂਲ ਨੂੰ ਉਲਟਾ ਕਰ ਦਿਓ ਜਸਟ ਅਗਰ ਪ੍ਰੈਸ਼ਰ ਵਧਾਓਗੇ ਤਾਂ ਪਹਿਲਾਂ ਕੀ ਰਿਐਕਸ਼ਨ ਫਾਰਵਰਡ ਜਾਂਦੀ ਸੀ ਹੁਣ ਰਿਐਕਸ਼ਨ ਕਿੱਧਰ ਨੂੰ ਜਾਏਗੀ ਬੈਕਵਰਡ ਜਾਏਗੀ ਐਂਡ ਅਗਰ ਤੁਸੀਂ ਪ੍ਰੈਸ਼ਰ ਨੂੰ ਡਿਕਰੀਜ਼ ਕਰੋਗੇ ਤਾਂ ਰਿਐਕਸ਼ਨ ਕਿੱਧਰ ਨੂੰ ਜਾਏਗੀ ਤੁਹਾਡੀ ਫਾਰਵਰਡ ਨੂੰ ਜਾਏਗੀ। ਦੇਖੋ ਇਸ ਕਨਸੈਪਟ ਦੇ ਬੇਸ ਤੇ ਦੋ ਤਿੰਨ ਵਾਰੀ ਕੁਐਸਚਨ ਤੁਹਾਡੇ ਜੋ 4 ਮਾਰਕਸ ਕ੍ਰੈਡਿਟ ਹੋਏ ਨੇ
ਚਾਰਾਂ ਵਿੱਚ ਇੱਕ ਇੱਕ ਕੁਐਸਚਨ ਇਸ ਕਨਸੈਪਟ ਤੋਂ ਪੁੱਛਿਆ ਜਾ ਚੁੱਕਿਆ ਹੈ। ਤਾਂ ਤੁਸੀਂ ਸਭ ਨੇ ਇਸ ਕਨਸੈਪਟ ਨੂੰ ਬਹੁਤ ਹੀ ਬਾਰੀਕੀ ਦੇ ਨਾਲ ਨੋਟ ਕਰਨਾ ਹੈ। ਇਸ ਦੇ ਵਿੱਚੋਂ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆਂਦਾ ਹੀ ਆਂਦਾ ਹੈ। ਤਾਂ 22 ਦਾ ਆਨਸਰ ਕੀ ਆਏਗਾ ਤੁਹਾਡਾ? ਸੀ ਆਪਸ਼ਨ। ਕੁਐਸਚਨ ਨੰਬਰ 23, which of the following is a buffer? ਤਾਂ ਦੇਖੋ ਬਫਰ ਤੋਂ ਪਹਿਲਾਂ ਆਪਾਂ ਬਫਰ ਦਾ ਮਤਲਬ ਸਮਝਦੇ ਹਾਂ ਆਪਸ਼ਨ ਚੈੱਕ ਕਰਨ ਤੋਂ ਪਹਿਲਾਂ ਕਿ ਬਫਰ ਹੁੰਦਾ ਕੀ ਹੈ। ਦੇਖੋ ਬਫਰ ਇੱਕ ਇਸ ਤਰ੍ਹਾਂ ਦਾ ਸੋਲੂਸ਼ਨ ਹੈ ਜੋ ਪੀਐਚ ਚੇਂਜ ਕਰਨ ਤੋਂ ਰੋਕਦਾ ਹੈ, ਜੋ ਪੀਐਚ ਦੀ ਚੇਂਜ ਨੂੰ ਰੈਸਿਸਟ ਕਰਦਾ ਹੈ ਕਿ ਪੀਐਚ ਦਾ ਵਿੱਚ ਕੋਈ ਚੇਂਜ ਨਾ ਆਵੇ। ਤਾਂ ਬਫਰ ਸੋਲੂਸ਼ਨ ਕੌਣ-ਕੌਣ ਬਣਾਉਂਦੇ ਨੇ ਪਹਿਲਾਂ ਇਹ ਆਪਾਂ ਸਮਝਦੇ ਹਾਂ। ਦੇਖੋ ਜਨਰਲੀ ਜੋ ਬਫਰ ਸੋਲੂਸ਼ਨ ਹੁੰਦਾ ਹੈ ਜਾਂ ਤਾਂ ਤੁਹਾਡਾ ਵੀਕ ਬੇਸ ਬਣਾਉਂਦਾ ਹੈ plus salt of weak base बनाता है, that is the first condition of your buffer solution। second condition की है या तो इसमें थोड़ा weak acid plus salt of your weak acid। there are two options ਕਿ ਇਹਨਾਂ ਤੋਂ ਹੀ ਤੁਹਾਡੇ buffer formations possibles ਨੇ। ਤਾਂ ਹੁਣ ਆਪਾਂ ਕੀ ਕਰਦੇ ਹਾਂ ਉੱਥੇ options ਚੈੱਕ ਕਰਦੇ ਹਾਂ ਕਿ ਇਹਨਾਂ ਦੇ ਵਿੱਚੋਂ given options ਕਿਹੜਾ ਤੁਹਾਡਾ buffer solution ਨੂੰ form ਕਰ ਸਕਦਾ ਹੈ। ਦੇਖੋ A option ਦੇ ਵਿੱਚ ਕੀ given ਹੈ ਤੁਹਾਡਾ sodium hydroxide। ਦੇਖੋ ਜੋ sodium hydroxide ਹੈ that is your strong base। buffer ਦੇ ਵਿੱਚ ਕਦੇ ਵੀ ਆਪਾਂ strong base ਜਾਂ acid ਨੂੰ use ਨਹੀਂ ਕਰਦੇ। ਤਾਂ ਦੇਖੋ A option rejected। B ਦੇ ਵਿੱਚ again ਤੁਹਾਡਾ strong base ਹੈ, again rejected। C ਦੇ ਵਿੱਚ ਦੇਖੋ ਤੁਹਾਡਾ sulfuric acid ਹੈ, sulfuric acid ਕੀ ਹੈ ਤੁਹਾਡਾ strong acid ਹੈ। that is why third option is again rejected। ਆਂਸਰ ਕੀ ਬਣ ਗਿਆ ਸਿਰਫ ਤੁਹਾਡਾ D option, ਜਿਹਦੇ ਵਿੱਚ ਕੀ ਹੈ ਤੁਹਾਡਾ ammonium hydroxide ਹੈ that is your weak base and that is the salt of your weak base, that is your ammonium hydrochloride, that is the salt of your weak base, so that will form a buffer solution। ਤਾਂ 23 ਦਾ ਆਂਸਰ ਕੀ ਆਏਗਾ ਤੁਹਾਡਾ D option। क्वेश्चन नंबर 24, देखो जो 24 क्वेश्चन है बिल्कुल फॉर्मूला बेस्ड क्वेश्चन है। ਤਾਂ ਦੇਖੋ ਗਿਬਸ ਫ੍ਰੀ એનર્ਜੀ ਤੇ ਇਕੁਇਲਿਬ੍ਰੀਅਮ ਕਾਂਸਟੈਂਟ ਦਾ ਆਪਾਂ ਰਿਲੇਸ਼ਨ ਦੱਸਣਾ ਹੈ ਕੀ ਹੁੰਦਾ ਹੈ। ਦੇਖੋ ਜੋ ਐਕਚੁਅਲ ਰਿਲੇਸ਼ਨ ਹੁੰਦਾ ਹੈ ਉਹ ਕੀ ਹੁੰਦਾ ਹੈ ਤੁਹਾਡਾ ਡੈਲਟਾ G is equals to standard change in the Gibbs free energy plus R gas constant, T ਤੁਹਾਡਾ temperature है, natural log of your equilibrium constant। So this is the general formula, the relation between the Gibbs free energy and the equilibrium constant। ਨਾਓ ਦੇਖੋ ਧਿਆਨ ਨਾਲ ਪੁਆਇੰਟ ਸਮਝੋ, ਇੱਥੇ ਇਹਨਾਂ ਨੇ ਪੁੱਛਿਆ ਹੈ ਇਕੁਇਲਿਬ੍ਰੀਅਮ ਤੇ ਰਿਲੇਸ਼ਨ ਦੱਸਣਾ ਹੈ। ਤਾਂ ਐਟ ਇਕੁਇਲਿਬ੍ਰੀਅਮ ਬਹੁਤ ਹੀ ਇੰਪੋਰਟੈਂਟ ਪੁਆਇੰਟ ਦੱਸ ਰਿਹਾ ਹਾਂ। ਐਟ ਇਕੁਇਲਿਬ੍ਰੀਅਮ ਜੋ ਤੁਹਾਡਾ ਡੈਲਟਾ G ਹੈ that is equals to 0। ਧਿਆਨ ਰੱਖਣਾ ਐਟ ਇਕੁਇਲਿਬ੍ਰੀਅਮ ਡੈਲਟਾ G 0 ਹੁੰਦਾ ਹੈ and E of cell equal to 0 ਹੁੰਦਾ ਹੈ। ਬਟ ਜੋ ਤੁਹਾਡਾ ਡੈਲਟਾ G naught ਹੈ that is not equal to 0। ਬੱਚੇ ਕੀ ਗਲਤੀ ਕਰਦੇ ਨੇ ਡੈਲਟਾ G naught ਨੂੰ 0 ਲਿਖ ਦਿੰਦੇ ਨੇ, that is not the correct answer। delta G that is the change in the that is not the standard Gibbs free energy। ਜੋ ਤੁਹਾਡੀ standard Gibbs free energy ਹੈ that is delta G naught, ਉਹਦੇ ਵਿੱਚ ਕੋਈ ਚੇਂਜ ਨਹੀਂ ਆਂਦਾ, that is not equal to 0। at equilibrium ਤੇ ਤੁਹਾਡੀਆਂ ਸਿਰਫ E cell and delta G equal to 0 ਹੁੰਦਾ ਹੈ। ਤਾਂ ਇਸ ਰਿਲੇਸ਼ਨ ਨੂੰ ਉੱਪਰ ਵਾਲੇ ਚ ਪੁੱਟ ਕਰੋ ਤਾਂ ਤੁਹਾਡੇ ਕੋਲ ਕੀ ਬਣ ਜਾਏਗਾ 0 equal to delta G naught plus RT ln KC। ਤਾਂ ਜਦੋਂ ਇਸ ਨੂੰ ਹਲਕਾ ਫੁਲਕਾ ਰੀਅਰੇਂਜ ਕਰੋਗੇ ਤਾਂ ਡੈਲਟਾ G naught ਕਾਹਦੇ ਇਕੁਅਲ ਬਣ ਜਾਏਗਾ ਤੁਹਾਡਾ -RT ln KC। ਸੋ ਦਿਸ ਇਜ਼ ਯੋਰ ਫਾਈਨਲ ਰਿਲੇਸ਼ਨ। ਤਾਂ ਇੱਥੇ ਆਂਸਰ ਕੀ ਆਏਗਾ ਤੁਹਾਡਾ 24 ਦਾ ਤੁਹਾਡਾ A ਆਪਸ਼ਨ। क्वेश्चन नंबर 25, enzyme activity of human body is maximum। देखो ਤੁਹਾਨੂੰ ਪਤਾ ਹੈ ਆਪਣੀ ਬੋਡੀ ਦੇ ਵਿੱਚ ਜੋ ਵੀ ਕੰਮ ਹੋ ਰਹੀਆਂ ਨੇ, ਜੋ ਵੀ ਤੁਹਾਡੀਆਂ ਬਾਇਓਕੈਮੀਕਲ ਰਿਐਕਸ਼ਨਸ ਹੋ ਰਹੀਆਂ ਨੇ, ਇਹਨਾਂ ਨੂੰ ਕੌਣ ਕਰਵਾਉਂਦਾ ਹੈ ਤੁਹਾਡਾ ਇੰਜ਼ਾਈਮਸ ਕਰਵਾਉਂਦੇ ਨੇ। ਤਾਂ ਹਰ ਇੱਕ ਇੰਜ਼ਾਈਮ ਦੀ ਜੋ ਪੀਐਚ ਹੈ, ਜਿਸ ਪੀਐਚ ਤੇ ਉਸਨੇ ਕੰਮ ਕਰਨਾ ਹੈ that is specific, and किस टेम्परेचर ਦੇ ਉੱਪਰ ਕੰਮ ਕਰਨਾ ਹੈ that is also specific, है ना। ਤਾਂ ਜਿਸ ਪੀਐਚ ਦੇ ਉੱਪਰ ਤੁਹਾਡਾ ਜੋ ਬਾਇਓ ਕੈਟਲਿਸਟ ਹੈ ਉਹ ਆਪਣੀ ਮੈਕਸਿਮਮ ਐਫੀਸ਼ੀਐਂਸੀ ਸ਼ੋ ਕਰਦਾ ਹੈ that is pH equal to 6.8। ਐਂਡ ਹਿਊਮਨ ਬੋਡੀ ਦਾ ਟੈਂਪਰੇਚਰ ਤੁਹਾਨੂੰ ਪਤਾ ਕਿੰਨਾ ਹੁੰਦਾ ਹੈ ਤੁਹਾਡਾ 37 ਡਿਗਰੀ ਸੈਲਸੀਅਸ। ਅਗਰ ਇਸ ਨੂੰ ਕੈਲਵਿਨ ਚ ਕਨਵਰਟ ਕਰੋਗੇ ਤਾਂ ਆਪਾਂ ਕੀ ਕਰਦੇ ਹਾਂ 37 ਦੇ ਵਿੱਚ 273 ਕੈਲਵਿਨ ਐਡ ਕਰ ਦਾਂਗੇ, ਟੈਂਪਰੇਚਰ ਕਿੰਨਾ ਆਏਗਾ 310 ਕੈਲਵਿਨ। ਤਾਂ 310 ਕੈਲਵਿਨ ਦੇ ਉੱਪਰ ਜੋ ਤੁਹਾਡਾ ਇੰਜ਼ਾਈਮ ਹੈ that shows maximum efficiency। ਤਾਂ 25 ਦਾ ਆਂਸਰ ਕੀ ਆਏਗਾ ਤੁਹਾਡਾ B option। Question number 26, that question belongs to your chemical kinetics।
ਇੱਕ ਰਿਐਕਸ਼ਨ ਗਿਵਨ ਹੈ ਤੁਹਾਨੂੰ, ਉਹਦੇ ਵਿੱਚ ਤੁਹਾਨੂੰ ਰੇਟ ਗਿਵਨ ਹੈ। ਦੇਖੋ ਰੇਟ ਇਕੁਏਸ਼ਨ ਕੀ ਗਿਵਨ ਹੈ, rate is equals to rate constant, concentration of hydrogen, concentration of bromine raised to power half। ਤਾਂ ਉਹਨਾਂ ਨੇ ਪੁੱਛ ਰਹੇ ਨੇ molecularity and order of reaction ਕੀ ਹੁੰਦਾ ਹੈ। ਤਾਂ ਪਹਿਲਾਂ ਦੋਨਾਂ ਦਾ ਮਤਲਬ ਸਮਝ ਲਓ। molecularity ਦਾ ਮਤਲਬ ਕਿੰਨੇ molecule participate ਕਰ ਰਹੇ ਨੇ ਤੁਹਾਡੇ reaction ਦੇ ਵਿੱਚ, ਹੈ ਨਾ। ਤਾਂ given reaction ਦੇ ਵਿੱਚ ਦੇਖੋ ਕਿੰਨੇ molecule react ਕਰ ਰਹੇ ਨੇ, ਇੱਕ molecule of H2 and one molecule of bromine। ਤਾਂ total ਕਿੰਨੇ molecule participate ਕਰ ਰਹੇ ਨੇ reaction ਦੇ ਵਿੱਚ ਤੁਹਾਡੇ, ਦੋ। so that means molecularity ਕਿੰਨੀ ਹੈ ਤੁਹਾਡੀ, 2 ਹੈ। so that means C option ਤੇ D option ਕੀ ਹੋ ਗਏ ਤੁਹਾਡੇ, reject ਹੋ ਗਏ। now order of a reaction, ਦੇਖੋ order ਕੀ ਹੁੰਦਾ ਹੈ ਤੁਹਾਡਾ, ਜੋ ਵੀ ਤੁਹਾਡੀਆਂ concentration ਦੀਆਂ powers ਨੇ, ਜੋ ਵੀ ਤੁਹਾਡੀਆਂ concentration ਦੀਆਂ powers ਨੇ, let's suppose ਕਿ ਮੈਂ ਤੁਹਾਨੂੰ ਦਿੱਤਾ ਹੈ rate is equals to K A ਦੀ power M B ਦੀ power N। ਤਾਂ ਜੋ ਦੇਖੋ order of reaction ਹੈ ਉਹ ਆਪਾਂ ਕਿੱਦਾਂ ਲਿਖਦੇ ਹਾਂ, concentration ਦੀਆਂ ਜੋ ਵੀ powers ਨੇ ਉਹਨਾਂ ਨੂੰ add ਕਰ ਦਿਓ। ਤਾਂ ਇੱਥੇ order of reaction ਕੀ ਹੋ ਜਾਏਗਾ ਤੁਹਾਡਾ, M plus N। ਤਾਂ ਇੱਥੇ ਦੇਖੋ ਹੁਣ ਇੱਥੇ order ਕੀ ਬਣੇਗਾ, ਦੇਖੋ H2 ਦੀ ਪਾਵਰ ਕਿੰਨੀ ਹੈ 1 and Br2 ਦੀ ਪਾਵਰ ਕਿੰਨੀ ਹੈ ਤੁਹਾਡੀ, half। ਤਾਂ order ਕੀ ਬਣ ਗਿਆ 1 by half, ਮਤਲਬ 1.5 ਜਾਂ ਜਿਸ ਨੂੰ ਆਪਾਂ 3 by 2 ਲਿਖ ਦਿੰਨੇ ਹਾਂ। ਤੇ ਇੱਥੇ ਆਨਸਰ ਕੀ ਬਣੇਗਾ ਤੁਹਾਡਾ, B option। that is very important question। ਇਸ ਨਾਲ ਰਿਲੇਟਡ ਤੁਹਾਨੂੰ ਪੇਪਰ ਚ concept ਦੇ ਨਾਲ question ਆ ਸਕਦੇ ਨੇ। question number 27, when excess of electrolyte is added to a colloid is। ਦੇਖੋ ਕੀ ਹੁੰਦਾ ਹੈ, ਜੋ ਥੋੜਾ colloid ਹੁੰਦਾ ਹੈ generally ਕੀ ਹੁੰਦਾ ਹੈ ਤੁਹਾਡਾ, that is a charged particle। ਜੋ ਥੋੜਾ colloid ਹੁੰਦਾ ਹੈ generally ਕੀ ਹੁੰਦਾ ਹੈ ਤੁਹਾਡਾ, charged particle ਹੁੰਦਾ ਹੈ। ਜਦੋਂ ਤੁਸੀਂ ਉਸ ਵਿੱਚ ਕੀ ਡਾਲਤਾ, electrolyte। electrolyte ਮਤਲਬ ਜਿਹਦੇ ਵਿੱਚ cationic part ਵੀ ਹੁੰਦਾ ਹੈ ਤੇ anionic part ਵੀ ਹੁੰਦਾ ਹੈ। ਤਾਂ ਦੇਖੋ ਹੁਣ ਦੇਖੋ cationic part ਕੀ ਕਰੇਗਾ, ਜੋ ਥੋੜਾ colloid ਹੈ, colloid ਦੇ negative part ਦੇ ਨਾਲ combine ਕਰੇਗਾ, combine with the negative part of colloid, combined with the negative part of colloid। ਐਂਡ ਜੋ ਅਨਾਇਨਿਕ ਪਾਰਟ ਹੈ ਉਹ ਤੁਹਾਡਾ ਕੀ ਕਰੇਗਾ, ਕੰਬਾਈਨ ਕਰੇਗਾ ਵਿਦ ਪੋਜ਼ਿਟਿਵ ਪਾਰਟ ਆਫ ਕਲਾਈਡ, ਕਿਉਂਕਿ ਆਪੋਜ਼ਿਟ ਕੀ ਕਰਦੇ ਨੇ, ਅਟਰੈਕਟ ਕਰਦੇ ਨੇ। ਤਾਂ ਦੇਖੋ ਜਦੋਂ ਪੋਜ਼ਿਟਿਵ ਤੇ ਨੈਗੇਟਿਵ ਆਪਸ ਚ ਕੰਬਾਈਨ ਕਰਨਗੇ ਤਾਂ ਕੀ ਬਣ ਜਾਣਗੇ, ਉਹ ਨਿਊਟਰਲ ਹੋ ਜਾਣਗੇ। ਤਾਂ ਅਗਰ ਨਿਊਟਰਲ ਹੋ ਗਏ ਸੋ ਦੇ ਵਿਲ ਫਾਰਮ ਅ ਪ੍ਰੈਸਿਪਿਟੇਟ, ਐਂਡ ਪ੍ਰੈਸਿਪਿਟੇਟ ਹੋ ਕੇ ਉਹ ਕੀ ਕਰ ਜਾਣਗੇ, ਨੀਚੇ ਸੈਟਲ ਡਾਊਨ ਹੋ ਜਾਣਗੇ। ਤਾਂ ਉਸ ਨੂੰ ਆਪਾਂ ਪ੍ਰੈਸਿਪਿਟੇਟ ਨੂੰ ਕੀ ਬੋਲਦੇ ਹਾਂ ਤੁਹਾਡਾ, ਕੋਗੂਲੇਟ। ਉਸ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡਾ, ਕੋਗੂਲੇਟ। ਤਾਂ 27 ਦਾ ਆਨਸਰ ਕੀ ਆਏਗਾ ਤੁਹਾਡਾ, A option। that means ਜਦੋਂ ਵੀ ਤੁਸੀਂ ਇੱਕ ਚਾਰਜਡ ਪਾਰਟੀਕਲ ਦੇ ਵਿੱਚ ਇਲੈਕਟ੍ਰੋਲਾਈਟ ਐਡ ਕਰੋਗੇ ਤਾਂ ਆਪੋਜ਼ਿਟ ਚਾਰजेस ਇੱਕ ਦੂਜੇ ਦੇ ਨਾਲ ਕੰਬਾਈਨ ਕਰਕੇ ਨਿਊਟਰਲ ਕੰਪਾਊਂਡ ਦੀ ਫਾਰਮੇਸ਼ਨ ਕਰਨਗੇ। ਐਂਡ ਅਗਰ ਕੋਈ ਸਬਸਟੈਂਸ ਤੁਹਾਡਾ ਨਿਊਟਰਲ ਹੈ that will form a precipitate, that is also known as your coagulation। ਉਸ ਨੂੰ ਆਪਾਂ coagulation ਜਾਂ coagulates ਵੀ ਬੋਲ ਦਿੰਦੇ ਹਾਂ। ਤਾਂ 27 ਦਾ ਆਨਸਰ ਕੀ ਆਏਗਾ ਤੁਹਾਡਾ, A option। question number 28, in adsorption of oxalic acid on activated charcoal, the activated charcoal is called। देखो ध्यान ਨਾਲ ਸਮਝੋ, ਇੱਕ ਮੰਨ ਲਓ ਤੁਹਾਡਾ ਸਰਫੇਸ ਹੈ, ਸਰਫੇਸ ਦੇ ਉੱਪਰ ਦੇਖੋ ਆ ਮੰਨ ਲਓ A ਗੈਸ ਐਡਜ਼ੌਰਬ ਹੋਣ ਆ ਰਹੀ ਹੈ। ਤਾਂ ਦੇਖੋ ਜੋ ਸਰਫੇਸ ਦੇ ਉੱਪਰ ਜੋ ਚੀਜ਼ ਸਰਫੇਸ ਪ੍ਰੋਵਾਈਡ ਕਰਦੀ ਹੈ, ਜਿਸ ਦੇ ਉੱਪਰ ਤੁਹਾਡਾ ਐਡਜ਼ੌਰਪਸ਼ਨ ਹੁੰਦਾ ਹੈ, ਉਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਐਡਜ਼ੌਰਬੈਂਟ। ਉਸ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡਾ, ਐਡਜ਼ੌਰਬੈਂਟ। ਤੇ ਜੋ ਸਰਫੇਸ ਤੇ ਆ ਕੇ ਤੁਹਾਡਾ ਅਟੈਚ ਹੁੰਦਾ ਹੈ ਉਸ ਨੂੰ ਆਪਾਂ ਬੋਲਦੇ ਹਾਂ ਐਡਜ਼ੌਰਬੇਟ। ਉਸ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡਾ, ਐਡਜ਼ੌਰਬੇਟ। ਤਾਂ ਦੇਖੋ ਹੁਣ ਕੀ ਹੈ, ਥੋੜਾ ਇਹ ਚਾਰਕੋਲ ਹੈ, ਚਾਰਕੋਲ ਦੇ ਉੱਪਰ ਆਪਾਂ ਆਕਜ਼ੈਲਿਕ ਐਸਿਡ ਡਾਲ ਰਹੇ ਹਾਂ ਤੇ ਆਕਜ਼ੈਲਿਕ ਐਸਿਡ ਦੇ ਮੋਲੀਕਿਊਲ ਇਹਦੇ ਨਾਲ ਕੀ ਆ ਕੇ ਚਿਪਕ ਜਾਣਗੇ, ਕਲਿੰਗ ਕਰ ਜਾਣਗੇ। ਤਾਂ ਜੋ ਇੱਥੇ ਚਾਰਕੋਲ ਹੈ ਜਿਸ ਦੇ ਉੱਪਰ ਤੁਹਾਡੇ ਆਕਜ਼ੈਲਿਕ ਐਸਿਡ ਦੇ ਮੋਲੀਕਿਊਲ ਆ ਕੇ ਸਟਿਕ ਕਰ ਰਹੇ ਨੇ, ਚਿਪਕ ਰਹੇ ਨੇ, ਐਡਜ਼ੌਰਬ ਹੋ ਰਹੇ ਨੇ, ਤਾਂ ਚਾਰਕੋਲ ਨੂੰ ਕੀ ਕਵਾਂਗੇ ਆਪਾਂ, ਐਡਜ਼ੌਰਬੈਂਟ ਕਵਾਂਗੇ। ਐਂਡ ਜੋ ਆਕਜ਼ੈਲਿਕ ਐਸਿਡ ਉਸ ਸਰਫੇਸ ਤੇ ਆ ਕੇ ਐਡਜ਼ੌਰਬ ਹੋ ਰਿਹਾ ਹੈ ਤਾਂ ਆਕਜ਼ੈਲਿਕ ਐਸਿਡ ਨੂੰ ਕੀ ਕਵਾਂਗੇ ਆਪਾਂ, ਐਡਜ਼ੌਰਬੇਟ। ਤਾਂ ਇੱਥੇ ਪੁੱਛਿਆ ਹੈ ਤੁਹਾਡਾ ਐਕਟੀਵੇਟਡ ਚਾਰਕੋਲ ਕੀ ਹੈ, ਇਹਦਾ ਆਨਸਰ ਕੀ ਆਏਗਾ ਤੁਹਾਡਾ, ਐਡਜ਼ੌਰਬੈਂਟ। ਤਾਂ 28 ਦਾ ਆਨਸਰ ਕੀ ਆਏਗਾ ਤੁਹਾਡਾ, C option, ਐਡਜ਼ੌਰਬੈਂਟ। question number 29, that is from your electrochemistry। ਦੇਖੋ ਤੁਹਾਨੂੰ ਕੀ ਗਿਵਨ ਹੈ, ਰਿਡਕਸ਼ਨ ਪੋਟੈਂਸ਼ੀਅਲ ਦੀਆਂ ਵੈਲਿਊਜ਼ ਗਿਵਨ ਨੇ, ਤਾਂ ਕਹਿ ਰਹੇ ਨੇ ਰਿਡਿਊਸਿੰਗ ਪਾਵਰ ਦੇ ਆਰਡਰ ਦੇ ਵਿੱਚ ਤੁਸੀਂ ਲਗਾਓ। ਦੇਖੋ ਰਿਡਕਸ਼ਨ ਪੋਟੈਂਸ਼ੀਅਲ ਦਾ ਮਤਲਬ ਕੀ ਹੁੰਦਾ ਹੈ, ਟੈਂਡੈਂਸੀ ਟੂ ਗੈਟ ਰਿਡਿਊਸਡ, ਕਿ ਉਹ ਕਿੰਨਾ ਜਲਦੀ ਰਿਡਿਊਸ ਹੋ ਸਕਦਾ ਹੈ। ਤਾਂ ਆਪਾਂ
ਇਹ ਚੀਜ਼ ਤੁਹਾਨੂੰ ਗਿਵਨ ਹੈ ਕਿ ਜਿਸ ਦਾ ਰਿਡਕਸ਼ਨ ਪੋਟੈਂਸ਼ੀਅਲ ਧਿਆਨ ਨਾਲ ਚੈੱਕ ਕਰੋ ਕਿਸ ਦਾ ਰਿਡਕਸ਼ਨ ਪੋਟੈਂਸ਼ੀਅਲ ਸਭ ਤੋਂ ਜ਼ਿਆਦਾ ਹੈ। ਤਾਂ ਦੇਖਿਓ ਦੇਖ ਸਕਦੇ ਹੋ ਕਿ 29 ਦੇ ਵਿੱਚ ਜੋ ਤੁਹਾਡਾ y ਹੈ, y ਦਾ ਦੇਖੋ ਕੀ ਹੈ, y ਦੀ ਵੈਲਿਊ ਕਿੰਨੀ ਹੈ ਰਿਡਕਸ਼ਨ ਪੋਟੈਂਸ਼ੀਅਲ ਦੀ -3.03। ਸੋ ਦੈਟ ਮੀਨਸ ਇਸ ਦੀ ਜੋ ਵੈਲਿਊ ਹੈ ਉਹ ਸਭ ਤੋਂ ਜ਼ਿਆਦਾ ਨੈਗੇਟਿਵ ਹੈ, ਰਿਡਕਸ਼ਨ ਪੋਟੈਂਸ਼ੀਅਲ ਕੀ ਹੈ ਸਭ ਤੋਂ ਘੱਟ ਹੈ। ਦੈਟ ਮੀਨਸ ਇਸ ਦੀ ਆਕਸੀਡਾਈਜ਼ ਹੋਣ ਦੀ ਪਾਵਰ ਕੀ ਹੈ ਜ਼ਿਆਦਾ ਹੈ। ਮੈਂ ਦੈਟ ਮੀਨਸ ਜੋ ਤੁਹਾਡਾ ਆਕਸੀਡੇਸ਼ਨ ਪੋਟੈਂਸ਼ੀਅਲ ਦਾ ਆਰਡਰ ਹੈ ਸਭ ਤੋਂ ਜ਼ਿਆਦਾ ਆਕਸੀਡੇਸ਼ਨ ਪੋਟੈਂਸ਼ੀਅਲ ਕਿਸਦਾ ਹੈ x ਦਾ ਹੈ, ਕਿਉਂਕਿ x ਦੀ ਵੈਲਿਊ ਸਭ ਤੋਂ ਜ਼ਿਆਦਾ ਹੈ। ਉਸ ਤੋਂ ਬਾਅਦ ਅਗਰ ਤੁਸੀਂ y ਤੇ z ਦੀ ਵੈਲਿਊ ਕੰਪੇਅਰ ਕਰੋ ਤਾਂ ਤੁਹਾਡੀ ਸੋਰੀ z ਦੀ ਵੈਲਿਊ ਜ਼ਿਆਦਾ ਹੈ ਐਂਡ ਦੈਨ ਕਿਹਦੀ ਵੈਲਿਊ ਹੈ ਤੁਹਾਡੀ y ਦੀ। ਦਿਸ ਇਜ਼ ਦੀ ਆਰਡਰ ਆਫ ਯੂਅਰ ਰਿਡਿਊਸਿੰਗ ਪੋਟੈਂਸ਼ੀਅਲ। ਦੈਟ ਮੀਨਸ ਜਿਸ ਦੀ ਕਿੰਨੀ ਟੈਂਡੈਂਸੀ ਹੈ ਕਿ ਉਹ ਖੁਦ ਨੂੰ ਕੀ ਕਰ ਸਕੇ, ਰਿਡਿਊਸ ਕਰ ਸਕੇ। So this is the order of your reduction potential. But in the question they have asked the reducing power order. Reducing power ਦਾ ਮਤਲਬ ਕੀ ਹੁੰਦਾ ਹੈ, ਆਪਾਂ ਇੱਥੇ order arrange ਕਰਨਾ ਹੈ of reducing agent ਦਾ। agent ਦਾ ਕੰਮ ਕੀ ਹੁੰਦਾ ਹੈ, ਦੂਸਰੇ ਨੂੰ influence ਕਰਨਾ। ਤਾਂ reducing agent ਦਾ ਕੰਮ ਕੀ ਹੋ ਗਿਆ, ਦੂਸਰੇ ਨੂੰ reduce ਕਰਨਾ, ਖੁਦ oxidize ਹੋਣਾ। मतलब आप ਇੱਥੇ ਕੀ ਆਰਡਰ ਕਾਹਦਾ ਲਿਖਣਾ ਹੈ, ਆਕਸੀਡੇਸ਼ਨ ਪੋਟੈਂਸ਼ੀਅਲ ਦਾ ਆਰਡਰ ਲਿਖਣਾ ਹੈ ਕਿ ਕੌਣ ਕਿੰਨਾ ਜਲਦੀ ਆਪਣਾ ਆਕਸੀਡਾਈਜ਼ ਹੋ ਸਕਦਾ ਹੈ। ਦੇਖੋ ਆਪਾਂ ਹੁਣ ਕੀ ਕੀਤਾ ਹੈ, ਆਪਾਂ ਨੋਟ ਡਾਊਨ ਕੀਤਾ ਹੈ ਕਿ ਜੋ ਤੁਹਾਡਾ x ਹੈ that has the highest reducing potential। मतलब अगर उसका रिडक्शन पोटेंशियल सब तो ज्यादा है तो ऑक्सीडेशन पोटेंशियल की आएगा सब तो घट आएगा। एंड अगर y ਦਾ ਰਿਡਕਸ਼ਨ ਪੋਟੈਂਸ਼ੀਅਲ ਸਭ ਤੋਂ ਘੱਟ ਹੈ ਤਾਂ y ਦਾ ਜੋ ਆਕਸੀਡੇਸ਼ਨ ਪੋਟੈਂਸ਼ੀਅਲ ਉਹ ਸਭ ਤੋਂ ਜ਼ਿਆਦਾ ਆਏਗਾ। ਸੋ ਦੈਟ ਮੀਨਸ ਆਰਡਰ ਕੀ ਆਏਗਾ ਤੁਹਾਡੇ ਆਕਸੀਡੇਸ਼ਨ ਪੋਟੈਂਸ਼ੀਅਲ ਦਾ, ਸਭ ਤੋਂ ਜ਼ਿਆਦਾ y, ਦੈਨ ਆਏਗਾ ਤੁਹਾਡਾ z ਦਾ ਐਂਡ ਦੈਨ ਕੀ ਆਏਗਾ ਤੁਹਾਡਾ x ਦਾ। ਇੱਥੇ ਆਨਸਰ ਕੀ ਆਏਗਾ ਤੁਹਾਡਾ A ਆਪਸ਼ਨ। ਇੱਥੇ x ਆਏਗਾ, ਬਾਈ ਮਿਸਟੇਕ ਟਾਈਪਿੰਗ ਮਿਸਟੇਕ ਹੋ ਗਈ ਹੈ, ਇੱਥੇ ਆਨਸਰ ਕੀ ਆਏਗਾ ਤੁਹਾਡਾ A ਆਪਸ਼ਨ। Question number 30. Which of the following molecules don't show a vibrational infrared spectrum? देखो ये थोड़ा स्पेक्ट्रोस्कोपी तो क्वेश्चन है, ਤਾਂ ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਕਿਹੜੇ ਮੋਲੀਕਿਊਲ ਤੁਹਾਡੇ ਵਾਈਬ੍ਰੇਸ਼ਨਲੀ ਐਕਟਿਵ ਹੁੰਦੇ ਨੇ। ਤਾਂ ਕਿਹੜੇ ਮੋਲੀਕਿਊਲ ਹੁੰਦੇ ਨੇ ਜਿਨ੍ਹਾਂ ਵਿੱਚ देयर इज अ चेंज इन डाइपोल मूवमेंट। ਅਜਿਹੇ ਮੋਲੀਕਿਊਲ ਜਿਨ੍ਹਾਂ ਦੇ ਵਿੱਚ ਡਾਈਪੋਲ ਮੂਵਮੈਂਟ ਚੇਂਜ ਕਰਦਾ ਹੈ that are vibrationally active, that is the first condition। and the second one, all molecules are, conditions लिख लो बहुत ही important ने, all molecules are vibrationally active, vibrationally active except diatomic molecules। डायटोमिक होमोटोमिक मॉलिक्यूल मतलब इस तरह के मॉलिक्यूल्स जिन्हां दे विच दोनों एटम, दो एटम प्रेजेंट होण पर दोनों एटम की होण सेम होण, ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਮੋਲੀਕਿਊਲ ਤੁਹਾਡੇ ਵਾਈਬ੍ਰੇਸ਼ਨਲੀ ਐਕਟਿਵ ਹੁੰਦੇ ਨੇ। ਐਂਡ ਫॉर ਅ ਮੋਲੀਕਿਊਲ ਟੂ ਅ ਵਾਈਬ੍ਰੇਸ਼ਨਲੀ ਐਕਟਿਵ ਕੰਡੀਸ਼ਨ ਕੀ ਹੈ, देयर मस्ट बी अ चेंज इन द डाइपोल मूवमेंट। ਤਾਂ ਤੁਸੀਂ ਦੇਖ ਸਕਦੇ ਹੋ ਜੋ ਤੁਹਾਡਾ H2 ਹੈ that is your diatomic homoatomic molecule ਹੈ, ਤਾਂ ਇਸ ਨੂੰ ਛੱਡ ਕੇ ਬਾਕੀ ਜਿੰਨੇ ਵੀ ਮੋਲੀਕਿਊਲਸ ਨੇ ਦੇ ਆਰ ਵਾਈਬ੍ਰੇਸ਼ਨਲੀ ਐਕਟਿਵ ਬਿਕੋਜ਼ ਇਹਨਾਂ ਦੇ ਵਿੱਚ ਡਾਈਪੋਲ ਮੂਵਮੈਂਟ ਪ੍ਰੈਜ਼ੈਂਟ ਹੈ। ਜਦ ਕਿ ਜੋ ਤੁਹਾਡਾ ਹਾਈਡਰੋਜਨ ਮੋਲੀਕਿਊਲ ਹੈ ਉਹ ਤੁਹਾਡਾ ਹੋਮੋਟੋਮਿਕ ਡਾਇਟੋਮਿਕ ਹੋਣ ਕਰਕੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਡਾਈਪੋਲ ਮੂਵਮੈਂਟ ਪ੍ਰੈਜ਼ੈਂਟ ਨਹੀਂ ਹੈ। that is your non polar and dipole movement कितना है इसका जीरो है। so that is why जो थोड़ा हाइड्रोजन है that is your IR inactive, that is your IR inactive। तो 30 ਦਾ ਆਨਸਰ ਕੀ ਆਏਗਾ ਤੁਹਾਡਾ A। क्वेश्चन नंबर 31, ग्लोबल वार्मिंग is due to increase in the concentration of। देखो ग्लोबल वार्मिंग ਦਾ ਮਤਲਬ ਕੀ ਹੈ ਕਿ ਜੋ ਤੁਹਾਡਾ ਟੈਂਪਰੇਚਰ ਦਾ ਇਨਕਰੀਜ਼ ਹੋਣਾ ਹੈ, ਕਿ ਜੋ ਰੈਗੂਲਰ ਟੈਂਪਰੇਚਰ ਤੁਹਾਡਾ ਇਨਕਰੀਜ਼ ਹੋ ਰਿਹਾ ਹੈ ਉਹ ਕਿਸ ਕਾਰਨ ਕਰਕੇ ਹੋ ਰਿਹਾ ਹੈ। ਤਾਂ ਉਸਦਾ ਜੋ ਬੇਸਿਕ ਕਾਰਨ ਹੈ that is your carbon dioxide gas। why carbon dioxide gas? because देखो जो कार्बन डाइऑक्साइड गैस है, ਕਾਰਬਨ ਡਾਈਆਕਸਾਈਡ ਗੈਸ ਦੇ ਜੋ ਮੋਲੀਕਿਊਲਸ ਹੈ ਉਹ ਤੁਹਾਡੀ ਹੀਟ ਨੂੰ ਅਬਜ਼ੌਰਬ ਕਰ ਲੈਂਦੇ ਨੇ। ਤਾਂ ਜਦੋਂ ਹੀਟ ਨੂੰ ਉਹ ਅਬਜ਼ੌਰਬ ਕਰ ਰਹੇ ਨੇ ਕੰਟੀਨਿਊਸਲੀ ਤਾਂ ਤੁਹਾਡੇ ਇਨਵਾਇਰਨਮੈਂਟ ਦਾ ਜੋ ਟੈਂਪਰੇਚਰ ਹੈ ਉਸਨੂੰ ਕੰਟੀਨਿਊਸਲੀ ਕੀ ਕਰ ਰਹੇ ਨੇ, ਇਨਕਰੀਜ਼ ਕਰ ਰਹੇ ਨੇ ਐਂਡ that is causing the global warming। ਠੀਕ ਹੈ, ਸੇਮ ਕੇਸ ਗੋਜ਼ ਫॉर योर वाटर। जो थोड़ा वाटर ਹੁੰਦਾ ਹੈ वाटर भी हीट ਨੂੰ ਅਬਜ਼ੌਰਬ ਕਰਦਾ ਹੈ and that also causes your global warming। ਤਾਂ ਫਿਰ 31 ਦਾ ਆਨਸਰ ਕੀ ਆਏਗਾ ਤੁਹਾਡਾ B ਆਪਸ਼ਨ, that is from your environmental chemistry। environmental chemistry ਦੇ ਵਿੱਚੋਂ ਬਹੁਤ ਜ਼ਿਆਦਾ ਕੁਐਸਚਨ ਆਉਂਦੇ ਨੇ ਤੁਹਾਨੂੰ ਪੇਪਰ ਦੇ ਵਿੱਚ, ਲਗਭਗ
2 ਤੋਂ ਲੈ ਕੇ 4 ਕੁਐਸਚਨ ਤੁਹਾਨੂੰ এনवायरमेंटल ਕੈਮਿਸਟਰੀ ਦੇ ਵਿੱਚੋਂ ਆਉਂਦੇ ਨੇ। क्वेश्चन नंबर 32 soil erosion is caused by देखो soil erosion ਦਾ ਮਤਲਬ ਕੀ ਹੁੰਦਾ ਹੈ removal of topmost layer of soil removal of topmost layer of soil ਤਾਂ ਇਹਦਾ ਮਤਲਬ ਦੇਖੋ soil erosion ਦੇਖੋ ਕਿਸ ਕਰਕੇ ਹੋ ਰਹੀ ਹੈ ਵਾਟਰ ਦੇਖੋ ਐਕਸੈਸਿਵ ਦੇਖੋ ਹੁਣ ਦੇਖੋ ਬਾਰਿਸ਼ ਦਾ ਮੌਸਮ ਹੈ ਤੁਸੀਂ ਦੇਖਿਆ ਹੋਏਗਾ ਬਹੁਤ ਜਗ੍ਹਾ ਤੇ ਫਲੱਡ ਆ ਚੁੱਕਿਆ ਹੈ ਨਾ ਜੋ ਵੀ ਸਾਰੀਆਂ ਫਸਲਾਂ ਸੀ ਜੋ ਵੀ ਉਹਨਾਂ ਦੀ soil ਦੀ ਫਰਟੀਲਿਟੀ ਹੈ ਡਿਊ ਟੂ ਫਲੱਡ ਸਾਰੀ ਖਰਾਬ ਹੋ ਜਾਂਦੀ ਹੈ so that is the main reason second deforestation मतलब जो आप plants वगैरह trees वगैरह ਨੂੰ ਕੱਟ ਕਰ ਰਹੇ ਹਾਂ continuously that is the second main reason ਜਿਸ ਕਰਕੇ ਜੋ ਥੋੜੀ soil ਦੀ ਜੋ fertility ਹੈ that is continuously declining next है intensive farming मतलब ਬਾਰ ਬਾਰ ਤੁਸੀਂ ਉਸ crop ਉਸ ਜਗ੍ਹਾ ਦੇ ਉੱਪਰ ਬਾਰ ਬਾਰ ਕੋਈ ਨਾ ਕੋਈ crop ਉਗਾ ਰਹੇ ਹੋ continuously without any break ਤਾਂ ਉਹ ਵੀ ਤੁਹਾਡੇ soil ਦੀ fertility ਨੂੰ ਖਰਾਬ ਕਰ ਦਿੰਦੀ ਹੈ ਉਸਦੀ holding capacity ਨੂੰ ਖਰਾਬ ਕਰ ਦਿੰਦੀ ਹੈ ਤਾਂ ਤਿੰਨੋਂ ਕਾਰਨ ਨੇ ਤੁਹਾਡੇ soil erosion ਦੇ ਵਿੱਚ ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ ਡੀ ਆਪਸ਼ਨ 32 ਦਾ ਆਨਸਰ ਕੀ ਆਏਗਾ ਤੁਹਾਡਾ ਡੀ ਆਪਸ਼ਨ क्वेश्चन नंबर 33 एक्टिवेशन ऑफ अ न्यूक्लियस इज बेस्ट डन बाय देखो एक्टिवेशन ऑफ अ न्यूक्लियस ਦਾ ਮਤਲਬ ਕੀ ਹੁੰਦਾ ਹੈ ਕਿ ਇੱਕ ਸਟੇਬਲ ਨਿਊਕਲੀਅਸ ਨੂੰ ਆਪਾਂ ਇੱਕ ਰੇਡੀਓ ਐਕਟਿਵ ਐਲੀਮੈਂਟ ਦੇ ਵਿੱਚ ਕਨਵਰਟ ਕਰਨਾ ਹੈ रेडियो एक्टिव एलीमेंट ਦੇ ਵਿੱਚ ਕਨਵਰਟ ਕਰਨਾ ਹੈ ਜਾਂ ਰੇਡੀਓ ਐਕਟਿਵ ਨਿਊਕਲੀਅਸ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਇਸ ਦੇ ਲਈ ਆਪਾਂ ਕੀ ਯੂਜ਼ ਕਰਦੇ ਹਾਂ ਤੁਹਾਡੀ ਨਿਊਟ੍ਰੋਨ ਬੀਮ ਇਸ ਦੇ ਲਈ ਆਪਾਂ ਕੀ ਯੂਜ਼ ਕਰਦੇ ਹਾਂ ਤੁਹਾਡੀ ਨਿਊਟ੍ਰੋਨ ਬੀਮ ਜੋ ਨਿਊਕਲੀਅਸ ਹੁੰਦਾ ਹੈ ਉਹ ਤੁਹਾਡੇ ਨਿਊਟ੍ਰੋਨ ਨੂੰ ਕੀ ਕਰਦਾ ਹੈ ਕੈਪਚਰ ਕਰਦਾ ਹੈ ਬਾਈ ਕੈਪਚਰਿੰਗ ਆਫ ਨਿਊਟ੍ਰੋਨ ਉਹ ਕੀ ਕਰਦਾ ਹੈ ਐਕਸਾਈਟਡ ਸਟੇਟ ਦੇ ਵਿੱਚ ਪਹੁੰਚ ਜਾਂਦਾ ਹੈ ਬਾਈ ਕੈਪਚਰਿੰਗ ਆਫ ਨਿਊਟ੍ਰੋਨ ਜੋ ਤੁਹਾਡਾ ਨਿਊਕਲੀਅਸ ਹੈ ਨਿਊਕਲੀਅਸ ਗॉट in excited state ਉਹ excited state ਦੇ ਵਿੱਚ ਪਹੁੰਚ ਜਾਂਦਾ ਹੈ and becomes a radioactive nucleus ਤਾਂ ਇਹਦਾ ਆਨਸਰ ਕੀ ਆਏਗਾ ਤੁਹਾਡਾ C option that is from your nuclear chemistry question number 34 question number जो 34 है वो थोड़ा photo chemistry chemical kinetics का एक part है उसका question है for Beer Lambert law in analytical chemistry the best concentration to be used is ਤਾਂ ਦੇਖੋ ਜੋ ਥੋੜਾ ਬੀਅਰ ਲੈਂਬਰਟ ਲਾਅ ਹੈ ਉਹ ਵੈਰੀ ਡਾਇਲੂਟ ਸੋਲੂਸ਼ਨ ਲਈ ਹੀ ਐਪਲੀਕੇਬਲ ਹੈ ਸੋ that is applicable to very dilute solution concentrated solution ਦੇ ਲਈ ਹੀ ਇਹ applicable ਨਹੀਂ ਹੈ that is applicable only at a very dilute solution ਇਸ ਪੁਆਇੰਟ ਦਾ ਖਾਸ ਧਿਆਨ ਰੱਖਣਾ ਹੈ ਦੂਸਰਾ ਜੋ ਥੋੜਾ ਬੀਅਰ ਲੈਂਬਰਟ ਲਾਅ ਹੈ ਉਹ ਕੀ ਕਹਿੰਦਾ ਹੈ ਕਿਸੇ ਵੀ ਸਬਸਟੈਂਸ ਦੀ ਜੋ ਅਬਜ਼ੌਰਪਸ਼ਨ ਹੈ that is directly proportional to the concentration ਜੋ ਵੀ concentration ਤੁਸੀਂ use ਕਰ ਰਹੇ ਹੋ into the product of the ਜੋ ਵੀ ਤੁਸੀਂ ਸੈੱਲ ਲਿੱਤਾ ਹੈ ਸੈੱਲ ਦੀ path length ਕਿੰਨੀ ਹੈ ਉਸਦੇ directly proportional ਹੈ and ਅਗਰ ਤੁਸੀਂ ਇਸ proportionality sign ਨੂੰ ਹਟਾਉਂਦੇ ਹੋ ਤਾਂ ਇੱਥੇ ਕੀ ਆਉਂਦਾ ਹੈ ਤੁਹਾਡਾ molar extinction coefficient epsilon so this is the Beer Lambert law and that is applicable at a very dilute solution and solution dilute कितना होना चाहिए है 0.001 मोलर तथे आंसर की आएगा थोड़ा डी ऑप्शन 10 raised to power -4 मोलर सो इस diluted solution ते ही जो थोड़ा Beer Lambert law है that is applicable question number 35 that is from your bio inorganic chemistry oxygen is more strongly bounded to देखो इसका आंसर की है थोड़ा ਮਾਇਓਗਲੋਬਿਨ ਹੈ ਤੁਸੀਂ ਦੇਖੋ ਬੋਹਰਸ ਕਰਵ ਪੜਿਆ ਹੋਏਗਾ ਜਾਂ ਬੋਹਰਸ ਇਫੈਕਟ ਪੜਿਆ ਹੋਏਗਾ ਤਾਂ ਉੱਥੇ ਇੱਕ ਆਪਾਂ ਕਰਵ डिस्कस करते हाँ रिकॉर्डिंग टू दी सैचुरेशन ऑक्सीजन दी सैचुरेशन विद रिस्पेक्ट टू दी प्रैशर ਤਾਂ ਆਕਸੀਜਨ ਦੀ ਸੈਚੂਰੇਸ਼ਨ ਲੈਵਲ ਅਕੋਰਡਿੰਗ ਟੂ ਦੀ ਪ੍ਰੈਸ਼ਰ ਤਾਂ ਤੁਸੀਂ ਦੇਖਿਆ ਹੋਏਗਾ ਕਿ ਜੋ ਤੁਹਾਡਾ ਮਾਇਓਗਲੋਬਿਨ ਦਾ ਕਰਵ ਆਂਦਾ ਹੈ ਉਹ ਹਮੇਸ਼ਾ ਹੀ ਕੀ ਆਂਦਾ ਹੈ ਤੁਹਾਡਾ ਹਾਇਰ ਵੈਲਿਊ ਤੇ ਆਂਦਾ ਹੈ ਐਜ਼ ਕੰਪੇਅਰ ਟੂ ਯੂਅਰ ਹੀਮੋਗਲੋਬਿਨ ਵੈਲਿਊ ਜੋ ਤੁਹਾਡਾ ਆਕਸੀਜਨ ਦਾ ਕਰਵ ਆਂਦਾ ਹੈ ਮਾਇਓਗਲੋਬਿਨ ਦਾ ਕਰਵ ਆਂਦਾ ਹੈ ਉਹ ਹਮੇਸ਼ਾ ਹੀ ਹਾਇਰ ਵੈਲਿਊ ਤੇ ਆਂਦਾ ਹੈ ਐਜ਼ ਕੰਪੇਅਰ ਟੂ ਯੂਅਰ ਮਾਇਓ ਹੀਮੋਗਲੋਬਿਨ ਤਾਂ ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿ ਜੋ ਤੁਹਾਡੀ ਮਾਇਓਗਲੋਬਿਨ ਹੈ that has a higher tendency to bound with your oxygen as compared to your hemoglobin ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ B option question number 36 that is from your coordination compound ਕਹਿੰਦੇ CFFC ਕੈਲਕੂਲੇਟ ਕਰਨੀ ਹੈ
ਤਾਂ ਦੇਖੋ CFSC ਕੈਲਕੂਲੇਟ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਣੇ ਕੋਲ ਪਤਾ ਹੋਣਾ ਚਾਹੀਦਾ ਹੈ ਕਿ ਜੋ ਤੁਹਾਡਾ ਮੈਟਲ ਹੈ, ਮੈਟਲ ਦੀ ਆਕਸੀਡੇਸ਼ਨ ਸਟੇਟ ਕਿੰਨੀ ਹੈ। ਤਾਂ ਇੱਥੇ ਜੋ ਤੁਹਾਡਾ ਆਇਰਨ ਹੈ that is present in +2 ਆਕਸੀਡੇਸ਼ਨ ਸਟੇਟ। ਆਇਰਨ +2 ਦਾ ਮਤਲਬ ਇਸ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕਿੰਨੀ ਹੈ ਤੁਹਾਡੀ 3d6। ਕਿੰਨੀ ਹੈ ਤੁਹਾਡੀ 3d6। ਤਾਂ ਦੇਖੋ ਜੋ ਤੁਹਾਡਾ ਸਾइनाइड ਹੈ that is your strong field ligand, that means ਕੀ ਕਰੇਗਾ ਇਹ ਤੁਹਾਡੇ ਇਲੈਕਟ੍ਰੋਨ ਦੀ ਕੀ ਕਰ ਦੇਗਾ, ਪੇਅਰਿੰਗ ਕਰਵਾ ਦੇਗਾ। ਤੇ ਤੁਹਾਨੂੰ ਪਤਾ ਹੈ ਤੁਹਾਡੇ ਦੋ ਲੈਵਲਸ ਦੇ ਵਿੱਚ ਡਿਵਾਈਡ ਕਰਦਾ ਹੈ ਤੁਹਾਡਾ ਡਿਊ ਟੂ ਦਾ CFT ਥਿਊਰੀ। ਤਾਂ ਦੇਖੋ T2 ਜਿਹਦੇ ਵਿੱਚ 6 ਆਪਾਂ ਇਲੈਕਟ੍ਰੋਨ ਨੂੰ ਫਿਲ ਕਰਨੇ ਨੇ, ਦੇਖੋ 1 2 3 ਪੇਅਰਿੰਗ ਕਰਵਾਣੀ ਹੈ ਕਿਉਂਕਿ ਸਟਰੋਂਗ ਫੀਲਡ ਹੈ 4 5 ਤੇ 6। that means ਤੁਹਾਡੇ 6 ਦੇ 6 ਇਲੈਕਟ੍ਰੋਨ ਕਿੱਥੇ ਪ੍ਰੈਜ਼ੈਂਟ ਨੇ, ਤੁਹਾਡੇ T2 ਦੀ ਲੈਵਲ ਦੇ ਵਿੱਚ ਪ੍ਰੈਜ਼ੈਂਟ ਨੇ। ਨਾਓ ਹੁਣ ਦੇਖੋ CFSC ਕੈਲਕੂਲੇਟ ਕਰਨੀ ਹੈ। ਮੈਂ ਤੁਹਾਨੂੰ ਸ਼ਾਇਦ ਲਾਸਟ ਟਾਈਮ ਵੀ ਦੱਸਿਆ ਸੀ ਕਿ T2 ਦੀ ਜੋ એનર્ਜੀ ਹੈ ਉਹ ਕਿੰਨੀ ਘਟਦੀ ਹੈ ਤੁਹਾਡੀ 4dq ਡਿਕਰੀਜ਼ ਕਰਦੀ ਹੈ, ਜਦ ਕਿ ਜੋ ਤੁਹਾਡਾ EG ਲੈਵਲ ਹੈ that got higher via +6dq એનર્ਜੀ। ਹੁਣ ਦੇਖੋ ਆਪਾਂ ਕੈਲਕੂਲੇਟ ਕੀ ਕਰਨਾ ਹੈ CFSC। ਤਾਂ ਦੇਖੋ CFSC ਕੈਲਕੂਲੇਟ ਕਿੱਦਾਂ ਕਰਾਂਗੇ, ਕਿੰਨੇ ਇਲੈਕਟ੍ਰੋਨ ਨੇ ਤੁਹਾਡੇ ਲੋਅਰ એનર્ਜੀ ਦੇ ਵਿੱਚ 6 ਨੇ ਐਂਡ ਇੱਕ ਇਲੈਕਟ੍ਰੋਨ ਦੇ ਕੋਰਸਪੋਂਡਿੰਗ ਕਿੰਨੀ એનર્ਜੀ ਦਾ ਡਿਕਰੀਜ਼ ਹੁੰਦਾ ਹੈ ਤੁਹਾਡਾ -4dq। ਤਾਂ ਟੋਟਲ ਜੋ ਤੁਹਾਡੀ CFSC એનર્ਜੀ ਆਏਗੀ ਕ੍ਰਿਸਟਲ ਫੀਲਡ ਸਟੇਬਲਾਈਜੇਸ਼ਨ એનર્ਜੀ that comes out to be your -24dq। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ B ਆਪਸ਼ਨ। ਤਾਂ ਇਸ ਕੁਐਸਚਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਕਸੀਡੇਸ਼ਨ ਸਟੇਟ ਪਤਾ ਹੋਣੀ ਚਾਹੀਦੀ ਹੈ ਕਿ ਹਾਊ ਟੂ ਕੈਲਕੂਲੇਟ ਦਾ ਆਕਸੀਡੇਸ਼ਨ ਸਟੇਟ। ਦਾ ਸੈਕੰਡ ਸਟੈਪ ਕਿ ਜਦੋਂ ਤੁਸੀਂ ਆਕਸੀਡੇਸ਼ਨ ਸਟੇਟ ਨੂੰ ਕੈਲਕੂਲੇਟ ਕਰ ਲਿਆ ਉਸ ਤੋਂ ਬਾਅਦ ਤੁਸੀਂ ਉਸਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖਣੀ ਹੈ। ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖਣ ਤੋਂ ਬਾਅਦ ਤੁਸੀਂ ਚੈੱਕ ਕਰਨਾ ਹੈ ਕਿ ਜੋ ਤੁਹਾਡਾ ਗਿਵਨ ਲਿਗੈਂਡ ਹੈ, ਇੱਥੇ ਕੀ ਗਿਵਨ ਹੈ ਤੁਹਾਡੇ ਕੋਲੇ ਸਾइनाइड, ਉਹ ਸਟਰੋਂਗ ਫੀਲਡ ਹੈ ਜਾਂ ਵੀਕ ਫੀਲਡ ਹੈ। ਤਾਂ ਜੋ ਤੁਹਾਡਾ ਸਟਰੋਂਗ ਫੀਲਡ ਲਿਗੈਂਡ ਹੁੰਦਾ ਹੈ ਉਹ ਕੀ ਕਰਵਾਉਂਦਾ ਹੈ ਤੁਹਾਡੇ ਇਲੈਕਟ੍ਰੋਨ ਦੀ ਪੇਅਰਿੰਗ ਕਰਵਾਉਂਦਾ ਹੈ। ਤਾਂ ਇਸ ਕਰਕੇ ਮੈਂ 6 ਦੇ 6 ਇਲੈਕਟ੍ਰੋਨ ਪਹਿਲਾਂ ਨੀਚੇ ਫਿਲ ਕੀਤੇ ਨੇ, ਆਫਟਰ ਦੈਟ ਮੈਂ ਉੱਪਰ ਫਿਲਿੰਗ ਕਰਨ ਲਈ ਜਾਵਾਂਗਾ ਅਗਰ ਮੇਰੇ ਕੋਲ ਐਕਸਟਰਾ ਇਲੈਕਟ੍ਰੋਨ ਪੈਂਡਿੰਗ ਨੇ। ਤਾਂ ਇੱਥੇ ਦੇਖੋ 6 ਦੇ 6 ਇਲੈਕਟ੍ਰੋਨ ਕੀ ਹੈ ਮੇਰੇ T2G ਲੈਵਲ ਦੇ ਵਿੱਚ ਆ ਚੁੱਕੇ ਨੇ। ਉਸ ਤੋਂ ਬਾਅਦ ਦੇਖੋ ਜੋ ਮੇਰਾ T2G ਲੈਵਲ ਹੈ ਉਸਦੀ એનર્ਜੀ ਕਿੰਨੀ ਘੱਟ ਹੁੰਦੀ ਹੈ ਤੁਹਾਡੀ ਬੈਰੀ ਸੈਂਟਰ ਤੋਂ, that is known as your ਬੈਰੀ ਸੈਂਟਰ। ਤਾਂ ਕਿੰਨੀ ਘੱਟ ਹੁੰਦੀ ਹੈ ਤੁਹਾਡੀ 4dq ਵੈਲਿਊ ਘੱਟ ਹੁੰਦੀ ਹੈ ਐਂਡ EG ਲੈਵਲ ਦੀ એનર્ਜੀ ਕਿੰਨੀ ਜ਼ਿਆਦਾ ਹੁੰਦੀ ਹੈ ਤੁਹਾਡੀ ਬੈਰੀ ਸੈਂਟਰ ਤੋਂ, that is your 6dq ਲੈਵਲ ਜ਼ਿਆਦਾ ਹੁੰਦੀ ਹੈ। ਹੁਣ ਦੇਖੋ CFSC ਕੈਲਕੂਲੇਟ ਕਰਨੀ ਹੈ। CFSC correspond to the ਇਲੈਕਟ੍ਰੋਨ। ਤਾਂ 6 ਇਲੈਕਟ੍ਰੋਨ ਨੇ ਐਂਡ 6 ਇਲੈਕਟ੍ਰੋਨ ਦੀ એનર્ਜੀ ਕਿੰਨੀ ਘਟ ਰਹੀ ਹੈ, ਇੱਕ ਇਲੈਕਟ੍ਰੋਨ ਦੇ ਕੋਰਸਪੋਂਡਿੰਗ -4dq। ਤਾਂ ਜਦੋਂ ਮਲਟੀਪਲਾਈ ਕਰੋਗੇ ਆਂਸਰ ਕਿੰਨਾ ਆ ਰਿਹਾ ਤੁਹਾਡਾ -24dq। that means ਜੋ ਤੁਹਾਡਾ ਇਹ ਸਿਸਟਮ ਹੈ, ਜੋ ਗਿਵਨ ਕੰਪਾਊਂਡ ਹੈ ਉਹ -24dq એનર્ਜੀ ਦੇ ਨਾਲ ਕੀ ਹੋ ਚੁੱਕਿਆ ਹੈ, स्टेबलाइज हो चुका है। तो 36 का आंसर क्या आएगा थोड़ा बी ऑप्शन। लेट्स सपोज कि अब आपके पास ना 7 इलेक्ट्रॉन फिल करने हैं, ठीक है, जैसे 3 लेवल नीचे हैं 2 ऊपर है, तो मैंने क्या किया 6 इलेक्ट्रॉन नीचे फिल कर दिए। मैं सिर्फ एग्जांपल ले रहा हूँ, लेट्स सपोज, जस्ट सपोज करना है आपको, ठीक है। तो देखो एक इलेक्ट्रॉन क्या हो गया ऊपर चला गया, तो इस केस में हम CFSC कैसे कैलकुलेट करेंगे, देखो देखो 6 इलेक्ट्रॉन नीचे हैं तो 6 इंटू कितनी एनर्जी कम हुई है उनकी -4dq। नाउ प्लस एक इलेक्ट्रॉन ऊपर है और ऊपर की एनर्जी कितनी बढ़ जाती है +6dq। तो अब इसको कैलकुलेट कर लीजिए कितना आएगा -24dq +6dq। दैट मीन्स ओवरऑल जो थोड़ा सिस्टम है उसकी CFSC कितनी है -18dq। ओके, क्वेश्चन नंबर 37। गिवन अ ट्रायंगुलर क्लस्टर ਤੁਹਾਨੂੰ ਇੱਕ ਗਿਵਨ ਹੈ, ਇਹਦੇ ਵਿੱਚ ਕੀ ਕਿਹਾ ਹੈ ਕਿ ਹਰ ਇੱਕ ਜੋ ਰੂਥੀਨੀਅਮ ਹੈ ਤੁਹਾਡੇ ਦੋ ਰੂਥੀਨੀਅਮ ਬੌਂਡ ਮਤਲਬ ਮੈਟਲ ਮੈਟਲ ਦੇ ਬੌਂਡ ਬਣਦੇ ਨੇ ਤੇ ਹਰ ਇੱਕ ਜੋ ਰੂਥੀਨੀਅਮ ਹੈ ਉਹਦੇ ਕੋਲ 4 ਕਾਰਬੋਨਿਲ ਲਿਗੈਂਡ ਤੁਹਾਡੇ ਪ੍ਰੈਜ਼ੈਂਟ ਨੇ। ਯੂ ਹੈਵ ਟੂ ਕੈਲਕੂਲੇਟ ਦਾ ਇਫੈਕਟਿਵ ਐਟੋਮਿਕ ਨੰਬਰ। ਇਫੈਕਟਿਵ ਐਟੋਮਿਕ ਨੰਬਰ ਦਾ ਮਤਲਬ ਕੀ ਹੁੰਦਾ ਹੈ, ਤੁਸੀਂ ਜਸਟ ਇਲੈਕਟ੍ਰੋਨ ਨੂੰ ਕਾਊਂਟ ਕਰਨਾ ਹੈ। ਤਾਂ ਦੇਖੋ ਜੋ ਵੀ ਆਪਣੇ ਕੋਲ ਗਿਵਨ ਇਨਸਟਰਕਸ਼ਨਸ ਨੇ ਉਹ ਆਪਾਂ ਲਿਖ ਲੈਣੇ ਹਾਂ ਕੀ ਕੁਝ ਪ੍ਰੈਜ਼ੈਂਟ। ਦੇਖੋ ਆਪਣੇ ਕੋਲ 3 ਰੂਥੀਨੀਅਮ ਸੈਂਟਰ ਪ੍ਰੈਜ਼ੈਂਟ ਨੇ, 3 ਆਪਣੇ ਕੋਲ ਕੀ ਨੇ ਰੂਥੀਨੀਅਮ ਸੈਂਟਰਸ ਨੇ, प्लस 12 की ने अपने कोले कार्बोनिल लिगेंड्स ने, प्लस देखो एक जो थोड़ा रूथीनियम है वो 2 मेटल मेटल बॉन्ड बनाता है। सो दैट मींस टोटल मेटल मेटल बॉन्ड कितने हो गए टोटल क्लस्टर दे विच 3। देखो तुसी देख सकते हो हर एक जो मेटल है 2 मेटल मेटल बॉन्ड बना रहा है
as per the condition. So there are total 3 metal bond. Up to here any doubt? ਇੱਥੇ ਤੱਕ ਕੋਈ doubt ਹੈ ਕਿਸੇ ਨੂੰ? ओके देखो रुथीनियम है, रुथीनियम जो है बिलोंग्स टू योर आयरन फैमिली, आयरन फैमिली तो बिलोंग करता है। ਆਇਰਨ ਕੋਲ ਦੇਖੋ ਵੈਲੈਂਸ ਇਲੈਕਟ੍ਰੋਨ ਕਿੰਨੇ ਹੁੰਦੇ ਨੇ ਤੁਹਾਡੇ 8 ਹੁੰਦੇ ਨੇ, ਆਇਰਨ ਕੋਲ ਵੈਲੈਂਸ ਇਲੈਕਟ੍ਰੋਨ ਕਿੰਨੇ ਹੁੰਦੇ ਨੇ 8, ਸੋ ਦੈਟ ਮੀਨਸ ਰੂਥੀਨੀਅਮ ਕੋਲ ਵੀ 8 ਇਲੈਕਟ੍ਰੋਨ ਹੋਣਗੇ, ਤਾਂ ਆਪਾਂ ਕਾਊਂਟ ਕਰਦੇ ਹਾਂ 3 8 ਪਲੱਸ 12। ਹੁਣ ਦੇਖੋ ਕਾਰਬੋਨਿਲ ਹੈ, ਮੈਂ ਕੱਲ ਵੀ ਸ਼ਾਇਦ ਦੱਸਿਆ ਸੀ ਕਿ ਜੋ ਤੁਹਾਡਾ ਲਿਗੈਂਡ ਹੁੰਦਾ ਹੈ, ਜੋ ਤੁਹਾਡਾ ਮੋਨੋਡੈਂਟੇਟ ਲਿਗੈਂਡ ਹੈ, ਉਹਦਾ ਇੱਕ ਡੋਨਰ ਐਟਮ 2 ਇਲੈਕਟ੍ਰੋਨ ਨੂੰ ਡੋਨੇਟ ਕਰਦਾ ਹੈ। ਤਾਂ ਕਾਰਬੋਨਿਲ ਜੋ ਤੁਹਾਡਾ ਲਿਗੈਂਡ ਹੈ that is a monodentate ligand, ਤਾਂ ਇੱਕ ਲਿਗੈਂਡ ਕਿੰਨੇ ਇਲੈਕਟ੍ਰੋਨ ਨੂੰ ਡੋਨੇਟ ਕਰਦਾ ਹੈ ਤੁਹਾਡੇ 2 ਇਲੈਕਟ੍ਰੋਨ ਨੂੰ ਡੋਨੇਟ ਕਰਦਾ ਹੈ। ਤਾਂ 12 into 2 plus 3 into ਦੇਖੋ ਇੱਕ ਮੈਟਲ ਮੈਟਲ ਬੌਂਡ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੁੰਦੇ ਨੇ ਟੋਟਲ 2 ਇਲੈਕਟ੍ਰੋਨ ਪ੍ਰੈਜ਼ੈਂਟ ਹੁੰਦੇ ਨੇ, ਤਾਂ ਆਪਾਂ ਸਾਰੇ ਇਲੈਕਟ੍ਰੋਨ ਨੂੰ ਕਾਊਂਟ ਕਰ ਲਿਆ, ਜਸਟ ਐਡ ਕਰ ਦੋ, ਕਿੰਨੇ ਐਡ ਕਰੋਗੇ ਦੇਖੋ 24 plus 24 plus 6, ਤਾਂ ਜਦੋਂ ਇਸ ਨੂੰ ਕਾਊਂਟ ਕਰੋਗੇ ਕਿੰਨਾ ਆਂਸਰ ਆਏਗਾ ਤੁਹਾਡਾ 54 electron and that is your effective atomic number। and this theory ਜੋ ਜਿਸਨੇ ਇਸ ਥਿਊਰੀ ਨੂੰ ਦੱਸਿਆ ਹੈ, ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡੀ ਸਿਡਵਿਕ ਥਿਊਰੀ ਆਫ calculating atomic number, ਸਿਡਵਿਕ ਥਿਊਰੀ ਆਫ calculating effective atomic number। any doubt till here? Question number 38, the coordination number of uranium in the given complex है ना। तो देखो coordination number ਦਾ ਮਤਲਬ ਕਿੰਨੇ ਕੀ ਹੁੰਦਾ ਹੈ, number of donor atoms of ligands attached to the central metal, attached to ਸੈਂਟਰਲ ਮੈਟਲ, ਮੈਟਲ ਦੇ ਨਾਲ ਕਿੰਨੇ ਡੋਨਰ ਐਟਮ ਅਟੈਚ ਨੇ ਲਿਗੈਂਡ ਦੇ, ਉਸ ਨੂੰ ਆਪਾਂ ਬੋਲਦੇ ਹਾਂ ਕੋਆਰਡੀਨੇਸ਼ਨ ਨੰਬਰ। ਤਾਂ ਹੁਣ ਆਪਣੇ ਕੋਲ ਦੇਖੋ ਇੱਥੇ ਯੂਰੇਨੀਅਮ ਦਾ ਕੋਆਰਡੀਨੇਸ਼ਨ ਨੰਬਰ ਕੀ ਹੈ ਤੁਹਾਡੇ ਤੋਂ ਪੁੱਛਿਆ ਹੈ। ਤਾਂ ਦੇਖੋ ਹੁਣ ਇਹਦਾ ਜੋ ਸਟਰਕਚਰ ਹੁੰਦਾ ਹੈ, ਵੈਸੇ ਤਾਂ ਦੇਖੋ ਇਹਦਾ ਸਟਰਕਚਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਫਿਰ ਕੁਐਸਚਨ ਨੂੰ ਆਨਸਰ ਜਨਰਲੀ ਕਰ ਸਕਦੇ ਹੋ। ਤਾਂ ਦੇਖੋ ਜੋ ਇਹਦਾ ਨੋਰਮਲ ਜੋ ਸਟਰਕਚਰ ਹੈ, ਮੈਂ ਤੁਹਾਨੂੰ ਡਰਾ ਕਰਕੇ ਦਿਖਾ ਰਿਹਾ ਹਾਂ। ਸੋ ਦਿਸ ਇਜ਼ ਦਾ ਬੇਸਿਕ ਸਟਰਕਚਰ ਆਫ ਯੂਅਰ ਗਿਵਨ ਕੰਪਲੈਕਸ, this is the structure of your given complex। ਕਾਫੀ ਕੰਪਲੈਕਸ ਸਟਰਕਚਰ ਹੁੰਦਾ ਹੈ, ਤਾਂ ਮੈਂ ਤੁਹਾਨੂੰ ਇੱਕ ਸ਼ਾਰਟਕਟ ਵੀ ਦੱਸਾਂਗਾ ਕਿ ਕਿੱਦਾਂ ਇਸ ਨੂੰ ਦੇਖਣਾ ਹੈ। ਤਾਂ ਅਗਰ ਦੇਖੋ ਇਹ ਸਟਰਕਚਰ ਤੁਹਾਨੂੰ ਪਤਾ ਹੈ, ਸਟਰਕਚਰ ਦੇਖ ਕੇ ਤੁਸੀਂ ਕੀ ਕਹੋਗੇ ਕਿੰਨਾ ਕੋਆਰਡੀਨੇਸ਼ਨ ਨੰਬਰ ਹੈ, ਦੇਖੋ ਕਿੰਨੇ ਲਿਗੈਂਡ ਅਟੈਚ ਨੇ 1 2 3 4 5 6 7 ਤੇ 8। ਅਗਰ ਸਟਰਕਚਰ ਪਤਾ ਹੈ, ਸਟਰਕਚਰ ਤੋਂ ਤਾਂ ਤੁਸੀਂ ਦੱਸ ਦੋਗੇ, ਬਟ ਅਗਰ ਤੁਹਾਨੂੰ ਸਟਰਕਚਰ ਨਹੀਂ ਪਤਾ ਹੈ ਨਾ, ਫਿਰ ਤੁਸੀਂ ਦੇਖੋ ਕਿੱਦਾਂ ਰਫਲੀ ਆਈਡੀਆ ਕਿੱਦਾਂ ਲੈਣਾ ਹੈ। ਦੇਖੋ ਜੋ ਤੁਹਾਡਾ ਆਹ ਗਿਵਨ ਗਰੁੱਪ ਸੀ that is your acetate, CH3C ਡਬਲ ਬੌਂਡ O ਨੈਗੇਟਿਵ ਹੈ ਨਾ। ਵੈਸੇ ਦੇਖੋ ਜੋ ਐਸੀਟੇਟ ਹੁੰਦਾ ਹੈ that is your monodentate ligand, ਜਨਰਲੀ ਜੋ ਤੁਹਾਡਾ ਐਸੀਟੇਟ ਗਰੁੱਪ ਹੁੰਦਾ ਹੈ ਉਹ ਕੀ ਹੁੰਦਾ ਹੈ, ਮੋਨੋਡੈਂਟੇਟ ਹੁੰਦਾ ਹੈ। ਬਟ ਜਦੋਂ ਤੁਹਾਡੇ ਹੈਵੀ ਮੈਟਲਸ ਹੁੰਦੇ ਨੇ, ਹੈਵੀ ਮੈਟਲ ਦਾ ਮਤਲਬ ਜਦੋਂ ਐਕਟੀਨਾਈਡ ਜਾਂ ਤੁਹਾਡੇ ਲੈਂਥੇਨਾਈਡਸ ਆ ਜਾਂਦੇ ਨੇ ਜੋ ਕਿ ਤੁਹਾਡੇ F ਬਲੌਕ ਦੇ ਐਲੀਮੈਂਟਸ ਨੇ, ਤਾਂ ਹੈਵੀ ਮੈਟਲਸ ਦੇ ਨਾਲ ਜੋ ਤੁਹਾਡਾ ਐਸੀਟੇਟ ਹੈ that act as a bidentate ligand, bidentate ਦਾ ਮਤਲਬ ਜਿਹਦੇ ਵਿੱਚ ਦੋ ਡੋਨਰ ਐਟਮ ਪ੍ਰੈਜ਼ੈਂਟ ਹੁੰਦੇ ਨੇ। ਤਾਂ ਦੇਖੋ ਅਗਰ ਇੱਕ ਐਸੀਟੇਟ ਦੇ ਵਿੱਚ ਦੋ ਡੋਨਰ ਐਟਮਸ ਨੇ, ਤਾਂ ਤਿੰਨ ਐਸੀਟੇਟ ਦੇ ਵਿੱਚ ਡੋਨਰ ਐਟਮਸ ਕਿੰਨੇ ਹੋਣਗੇ ਟੋਟਲ 6 ਡੋਨਰ ਐਟਮਸ ਪ੍ਰੈਜ਼ੈਂਟ ਹੋਣਗੇ। ਕਿੰਨੇ ਹੋਣਗੇ ਟੋਟਲ 6 ਡੋਨਰ ਐਟਮ ਪ੍ਰੈਜ਼ੈਂਟ ਹੋਣਗੇ। ਐਂਡ ਇੱਥੇ ਦੇਖੋ ਕਿੰਨੇ ਆਕਸੀਜਨ ਹੈ ਟੋਟਲ 2, ਤਾਂ 6 plus 2 ਕਿੰਨੇ ਹੋ ਗਏ 8। ਤਾਂ that is an extra knowledge ਜੋ ਤੁਹਾਨੂੰ ਪਤਾ ਹੋਣੀ ਚਾਹੀਦੀ ਸੀ ਕਿ ਵੈਸੇ ਤਾਂ ਜੋ ਤੁਹਾਡਾ ਐਸੀਟੇਟ ਹੈ ਉਹ ਮੋਨੋਡੈਂਟੇਟ ਹੁੰਦਾ ਹੈ, ਬਟ ਜਦੋਂ ਤੁਹਾਡੇ ਹੈਵੀ ਮੈਟਲਸ ਹੁੰਦੇ ਨੇ ਜਿਵੇਂ ਕਿ ਤੁਹਾਡੇ ਲੈਂਥੇਨਾਈਡਸ ਆ ਗਏ ਜਾਂ ਐਕਟੀਨਾਈਡਸ ਆ ਗਏ that are your F block elements, ਉਹਨਾਂ ਦੇ ਨਾਲ ਜੋ ਤੁਹਾਡਾ ਐਸੀਟੇਟ ਹੈ that will behave as a bidentate ligand। ਤਾਂ ਬਾਈਡੈਂਟੇਟ ਦਾ ਮਤਲਬ ਜਿਹਦੇ ਵਿੱਚ ਕਿੰਨੇ ਡੋਨਰ ਐਟਮ ਹੁੰਦੇ ਨੇ, ਦੋ ਡੋਨਰ ਐਟਮ ਹੁੰਦੇ ਨੇ। ਤਾਂ ਇੱਕ ਐਸੀਟੇਟ ਅਗਰ ਦੋ ਡੋਨਰ ਐਟਮ ਡੋਨੇਟ ਕਰਦਾ ਹੈ, ਤਾਂ ਤਿੰਨ ਐਸੀਟੇਟ ਜੋ ਕਿ ਤੁਹਾਨੂੰ ਤਿੰਨ ਐਸੀਟੇਟ ਗਿਵਨ ਨੇ, ਤਾਂ ਕਿੰਨੇ ਡੋਨਰ ਐਟਮਸ ਹੋਣਗੇ ਉੱਥੇ ਟੋਟਲ 6 ਹੋਣਗੇ। ਐਂਡ ਦੋ ਆਕਸੀਜਨ ਨੇ, ਤਾਂ 6 plus 2 ਕਿੰਨਾ ਆਂਸਰ ਹੋ ਗਿਆ ਤੁਹਾਡਾ ਟੋਟਲ 8। ਤਾਂ 38 ਦਾ ਆਂਸਰ ਕੀ ਆਏਗਾ ਤੁਹਾਡਾ C ਆਪਸ਼ਨ। क्वेश्चन नंबर 39 अगेन फ्रॉम योर कोऑर्डिनेशन कंपलेक्स। ਇਹਦੇ ਲਈ ਦੇਖੋ ਕੀ ਹੈ, ਤੁਹਾਨੂੰ ਜਸਟ ਇੰਨਾ ਆਈਡੀਆ ਹੋਣਾ ਚਾਹੀਦਾ ਹੈ ਕਿ ਜੋ ਤੁਹਾਡੇ ਕੋਬਾਲਟ ਦੇ ਕੰਪਲੈਕਸ ਹੁੰਦੇ ਨੇ ਉਹ ਜਨਰਲੀ ਕੋਆਰਡੀਨੇਸ਼ਨ ਨੰਬਰ 6 ਕੰਪਲੈਕਸਿਸ ਦੀ ਫਾਰਮੇਸ਼ਨ ਕਰਦੇ ਨੇ, ਕੋਆਰਡੀਨੇਸ਼ਨ ਨੰਬਰ 6 ਦੀ ਕੰਪਲੈਕਸ਼ਨ
ਕਰਦੇ ਨੇ, ਫਾਰਮੇਸ਼ਨ ਕਰਦੇ ਨੇ, ਜਿਹਦੇ ਵਿੱਚ 6 ਲਿਗੈਂਡ ਤੁਹਾਡੇ ਅਟੈਚ ਹੁੰਦੇ ਨੇ, ਜਾਂ ਕੋਆਰਡੀਨੇਸ਼ਨ ਨੰਬਰ ਜੋ ਹੁੰਦਾ ਹੈ ਉਹ ਤੁਹਾਡਾ ਕਿੰਨਾ ਹੁੰਦਾ ਹੈ 6 ਹੁੰਦਾ ਹੈ। ਤਾਂ ਤੁਸੀਂ ਦੇਖੋ ਪਹਿਲਾ ਆਪਸ਼ਨ ਚੈੱਕ ਕਰੋ, ਇੱਥੇ ਕੋਆਰਡੀਨੇਸ਼ਨ ਨੰਬਰ ਕਿੰਨਾ ਹੈ 4 ਹੈ। ਸੈਕਿੰਡ ਆਪਸ਼ਨ ਚੈੱਕ ਕਰੋ ਕਿੰਨਾ ਹੈ, ਕੋਆਰਡੀਨੇਸ਼ਨ ਨੰਬਰ 5 ਹੈ। ਥਰਡ ਆਪਸ਼ਨ ਚ ਕੋਆਰਡੀਨੇਸ਼ਨ ਨੰਬਰ ਦੇਖੋ 8 ਹੈ। ਐਂਡ ਫੋਰਥ ਆਪਸ਼ਨ ਚ ਦੇਖੋ ਕੋਆਰਡੀਨੇਸ਼ਨ ਨੰਬਰ ਕਿੰਨਾ ਹੈ 6 ਹੈ। ਤਾਂ ਤੁਹਾਡਾ ਡੀ ਆਪਸ਼ਨ ਆਏਗਾ, ਬਿਕੋਜ਼ ਜਨਰਲੀ ਜਿੰਨੇ ਵੀ ਤੁਹਾਡੇ 3D ਫਸਟ ਟ੍ਰਾਂਜੀਸ਼ਨ ਸੀਰੀਜ਼ ਦੇ ਐਲੀਮੈਂਟਸ ਹੁੰਦੇ ਨੇ, ਉਹ ਜਨਰਲੀ ਕੀ ਕਰਦੇ ਨੇ, ਤੁਹਾਡੇ ਕੋਆਰਡੀਨੇਸ਼ਨ ਨੰਬਰ ਕੰਪਲੈਕਸ ਕਿੰਨਾ ਬਣਾਉਂਦੇ ਨੇ, ਤੁਹਾਡੇ 6 ਬਣਾਉਂਦੇ ਨੇ। ਐਂਡ ਜੋ ਤੁਹਾਡਾ ਨਿਕਲ, ਪਲੈਟੀਨਮ ਐਂਡ ਜੋ ਤੁਹਾਡੇ ਪਲੈਟੀਨਮ ਹੁੰਦੇ ਨੇ, ਇਹ ਜਨਰਲੀ ਤੁਹਾਡੇ ਕੋਆਰਡੀਨੇਸ਼ਨ ਨੰਬਰ 4 ਕੰਪਲੈਕਸ ਬਣਾਉਂਦੇ ਨੇ ਤੇ ਸਕੁਆਇਰ ਪਲੇਨਰ ਕੰਪਲੈਕਸ ਦੀ ਫਾਰਮੇਸ਼ਨ ਕਰਦੇ ਨੇ। ਇਹ ਕੁਝ ਇੰਪੋਰਟੈਂਟ ਪੁਆਇੰਟਸ ਹੈ ਜੋ ਤੁਹਾਡੀ ਹੈਲਪ ਕਰਦੇ ਨੇ ਕੁਐਸਚਨ ਨੂੰ ਸੋਲਵ ਕਰਨ ਦੇ ਵਿੱਚ। ਤਾਂ ਧਿਆਨ ਰੱਖੋ ਕਿ ਜੋ ਵੀ ਤੁਹਾਡੀ 3D ਸੀਰੀਜ਼ ਹੈ ਉਹ ਜਨਰਲੀ ਤੁਹਾਡੀ ਕੋਆਰਡੀਨੇਸ਼ਨ ਨੰਬਰ 6 ਤੇ ਕੰਪਲੈਕਸ ਬਣਾਉਂਦੇ ਨੇ, ਦੈਟ ਮੀਨਸ ਔਕਟਾਹੈਡਰਲ ਕੰਪਲੈਕਸ ਬਣਾਉਂਦੇ ਨੇ, ਜਿਨ੍ਹਾਂ ਵਿੱਚ ਕੋਆਰਡੀਨੇਸ਼ਨ ਨੰਬਰ 6 ਹੁੰਦਾ ਹੈ। ਜੋ ਤੁਹਾਡੇ ਨਿਕਲ, ਪਲੈਟੀਨਮ ਤੇ ਪਲੈਟੀਨਮ ਹੁੰਦੇ ਨੇ, ਉਹ ਤੁਹਾਡੇ ਕੋਆਰਡੀਨੇਸ਼ਨ ਨੰਬਰ 4 ਕੰਪਲੈਕਸ ਬਣਾਉਂਦੇ ਨੇ ਐਂਡ ਜਨਰਲੀ ਸਕੁਆਇਰ ਪਲੇਨਰ ਕੰਪਲੈਕਸ ਬਣਾਉਂਦੇ ਨੇ, ਅਗਰ ਜੋ ਤੁਹਾਡਾ ਲਿਗੈਂਡ ਹੈ ਉਹ ਕੀ ਹੈ, ਤੁਹਾਡਾ ਸਟਰੋਂਗ ਫੀਲਡ ਹੈ। ਸੋ ਦੈਟ ਆਰ ਟੂ ਇੰਪੋਰਟੈਂਟ ਪੁਆਇੰਟਸ, ਧਿਆਨ ਰੱਖਣਾ, ਇਹਦੇ ਬੇਸ ਤੇ ਕੁਐਸਚਨ ਕਈ ਵਾਰ ਪੁੱਛ ਲੈਂਦੇ ਨੇ। ਤਾਂ 39 ਦਾ ਆਂਸਰ ਕੀ ਆਏਗਾ ਤੁਹਾਡਾ, ਸੀ ਆਪਸ਼ਨ। ਕੁਐਸਚਨ ਨੰਬਰ 40 ਜੋ ਕੁਐਸਚਨ ਹੈ ਜੀ, ਤੁਸੀਂ ਦੇਖੋ ਕੀ ਹੁੰਦਾ ਹੈ, ਜੋ ਤੁਹਾਡਾ ਕੋਬਾਲਟ ਹੁੰਦਾ ਹੈ ਜਨਰਲੀ that exist in +2 oxidation state and +3 oxidation state, ਦੋ ਹੀ oxidation state ਨੂੰ ਜਨਰਲੀ ਤੁਹਾਡਾ ਜੋ ਕੋਬਾਲਟ ਹੈ ਉਹ ਐਗਜ਼ਿਬਿਟ ਕਰਦਾ ਹੈ। ਤਾਂ ਤੁਸੀਂ ਇਸ ਵੇ ਦੇ ਨਾਲ ਵੀ ਦੇਖੋ ਚੈੱਕ ਕਰ ਸਕਦੇ ਹੋ, ਬਟ ਮੋਸਟ ਆਫ ਦਾ ਟਾਈਮ ਕੀ ਹੁੰਦਾ ਹੈ ਨਾ ਕਿ ਆਕਸੀਡੇਸ਼ਨ ਸਟੇਟ ਜਦੋਂ ਆਪਾਂ ਕੈਲਕੂਲੇਟ ਕਰਦੇ ਹਾਂ ਤਾਂ ਉਹ ਤੁਹਾਡਾ ਕੋਆਰਡੀਨੇਸ਼ਨ ਨੰਬਰ 4 5 8 ਦੇ ਨਾਲ ਵੀ ਸੇਮ ਆ ਸਕਦੇ ਨੇ। ਸੋ that is not a appropriate method to check which complex it can be formed, ਠੀਕ ਹੈ। ਸੋ ਇਹ ਕੋਈ ਰਿਜਿਡ ਰੂਲ ਨਹੀਂ ਹੈ ਕਿ ਤੁਸੀਂ ਆਕਸੀਡੇਸ਼ਨ ਸਟੇਟ ਨਾਲ ਚੈੱਕ ਕਰੋ, ਹਾਂ ਕਿਤੇ ਕਿਤੇ ਇਹ ਰੂਲ ਜੋ ਹੈ ਤੁਹਾਡਾ ਐਪਲੀਕੇਬਲ ਹੋ ਸਕਦਾ ਹੈ। ਓਕੇ ਜੀ। क्वेश्चन नंबर 40, बेयर प्रोसेस इज यूज्ड इन द एक्सट्रैक्शन ऑफ, देखो मेटलर्जी ਦਾ क्वेश्चन ਹੈ। ਜੋ बेयर प्रोसेस ਹੈ ਉਹ ਆਪਾਂ ਐਲੂਮੀਨੀਅਮ ਦੀ ਐਕਸਟ੍ਰੈਕਸ਼ਨ ਲਈ ਯੂਜ਼ ਕਰਦੇ ਹਾਂ from its ore oxide, from its ore bauxite ਤੋਂ ਐਕਸਟ੍ਰੈਕਟ ਕਰਨ ਲਈ ਯੂਜ਼ ਕਰਦੇ ਹਾਂ। ਪੇਪਰ 'ਚ ਇੱਕ ਵਾਰੀ ਬੌਕਸਾਈਟ ਤੇ ਵੀ ਕੁਐਸਚਨ ਪੁੱਛਿਆ ਗਿਆ ਹੈ, ਤਾਂ ਨੋਟ ਕਰ ਲਓ ਬੌਕਸਾਈਟ ਕੀ ਹੁੰਦਾ ਹੈ, that is your ਐਲੂਮੀਨੀਅਮ ਓਰ ਹੁੰਦਾ ਹੈ, ਜਿਸ ਦਾ ਫਾਰਮੂਲਾ ਕੀ ਹੈ ਤੁਹਾਡਾ Al2O3 dot 2H2O, that is your aluminium ore, ठीक है। इस बेस से क्वेश्चन पूछा जा चुका है। 40 का आंसर आएगा थोड़ा सी ऑप्शन। क्वेश्चन नंबर 41, द केमिकल फॉर्मूला ऑफ प्लास्टर ऑफ पेरिस, देखो तुसी दो तीन टर्म्स पढ़िया होंगे, एक हुंदा है थोड़ा जिप्सम, जिप्सम तो बाद हुंदा है थोड़ा आंदा है प्लास्टर ऑफ पेरिस, जिसनों ਆਪਾਂ पीओपी बोल दिंदे हां। एंड इस तो बाद आंदा है थोड़ा डेड बर्नट प्लास्टर, डेड बर्नट प्लास्टर। देखो मैं तीनों पॉइंट्स करवा रहा इंपॉर्टेंट ने। देखो जिप्सम की हुंदा है दैट इज योर कैल्शियम सल्फेट डॉट 2H2O, दैट इज योर जिप्सम। अगर तुसी जिप्सम नु 100 डिग्री तो 120 डिग्री सेल्सियस तक हीट करते हो, that will be converted to your plaster of Paris, that is your calcium sulfate dot half H2O, that is your calcium sulfate dot half H2O, that is your plaster of Paris POP। अगर तुसी इसनु फर्दर 200 डिग्री सेल्सियस से फर्दर हीट करोगे, that will be converted to your dead burnt plaster and that is your calcium sulfate, that is only your calcium sulfate। ਤਾਂ ਤਿੰਨਾਂ ਦੇ ਵਿੱਚੋਂ ਘੁਮਾ ਫਿਰਾ ਕੇ ਕੋਈ ਵੀ ਕੁਐਸਚਨ ਤੁਹਾਨੂੰ ਪੇਪਰ 'ਚ ਪੁੱਛ ਸਕਦੇ ਨੇ ਵਿਦ ਟੈਂਪਰੇਚਰ, ਧਿਆਨ ਰੱਖਣਾ ਵਿਦ ਟੈਂਪਰੇਚਰ ਕੁਐਸਚਨ ਆ ਸਕਦਾ ਹੈ। ਤਾਂ 41 ਦਾ ਇੱਥੇ ਦੇਖੋ ਆਪਾਂ ਨੂੰ ਕੈਮੀਕਲ ਫਾਰਮੂਲਾ ਪੁੱਛਿਆ ਗਿਆ ਸੀ, ਤਾਂ ਇਸ ਦਾ ਆਨਸਰ ਕੀ ਆਏਗਾ ਤੁਹਾਡਾ A option। Question number 42, that is again from your environmental chemistry, ozone in the upper atmosphere absorbs harmful ਕਿਸ ਨੂੰ absorb ਕਰਦਾ ਹੈ, ਤੁਹਾਡੀਆਂ UV radiations ਨੂੰ absorb ਕਰਦਾ ਹੈ ozone। ਇੱਕ ਚੀਜ਼ ਇੰਪੋਰਟੈਂਟ ਹੈ, ozone ਦੇਖੋ ਐਟਮੋਸਫੇਅਰ ਦੀ ਕਿਹੜੀ ਲੇਅਰ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ, ਤੁਹਾਡਾ stratosphere। ਪੇਪਰ 'ਚ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ and that is the second layer of atmosphere from the earth level, sea level ਦੇ ਉੱਪਰ ਇਹ ਤੁਹਾਡੀ ਸੈਕਿੰਡ ਲੇਅਰ ਹੁੰਦੀ ਹੈ, that is present in the atmosphere। ਓਜ਼ੋਨ ਕਿਹੜੀ ਲੇਅਰ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ, ਤੁਹਾਡੀ ਸਟ੍ਰੈਟੋਸਫੀਅਰ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ।
and that protect us from the harmful UV radiation ਤੋਂ ਆਪਾਂ ਨੂੰ protect ਕਰਦੀ ਹੈ। 42 ਦਾ ਆਨਸਰ ਕੀ ਆਏਗਾ ਤੁਹਾਡਾ ਡੀ ਆਪਸ਼ਨ। क्वेश्चन नंबर 43 अगेन देखो ये जिसनों भी पता होएगा वही दस सकता है फोस्जीन ਦਾ ਫਾਰਮੂਲਾ ਕੀ ਹੁੰਦਾ ਹੈ। देखो फोस्जीन ਕੀ ਹੁੰਦਾ ਹੈ ਤੁਹਾਡਾ Cl C double bond O Cl देखो इसमें ਆਪਾਂ ਕੀ ਲਿਖਦੇ ਹਾਂ CO Cl2 that is the formula of your phosgene ਤਾਂ ਆਨਸਰ ਕੀ ਆਏਗਾ ਤੁਹਾਡਾ बी ऑप्शन। देखो ये फॉर्मूला बेस्ड क्वेश्चन ਸੀ जिसनों पता होएगा सिर्फ वही आंसर कर सकता है तो 43 ਦਾ ਆਨਸਰ ਆਏਗਾ ਤੁਹਾਡਾ बी ऑप्शन। क्वेश्चन नंबर 44 IR spectrum of water is expected to show देखो IR spectrum ਦੇ ਵਿੱਚ ਕੀ ਆਂਦੇ ਨੇ ਸਿਰਫ ਤੁਹਾਡੇ ਵਾਈਬ੍ਰੇਸ਼ਨਲ ਮੋਡਸ ਆਂਦੇ ਨੇ। IR जो स्पेक्ट्रा है सिर्फ थोड़े वाइब्रेशनल मोड्स ਨੂੰ कैलकुलेट करता है। देखो ਹੁਣ वाइब्रेशनल मोड देखो दो चीजां ਤੇ डिपेंड ਕਰਦੇ ਨੇ। अगर थोड़ा मॉलिक्यूल लीनियर है ਤਾਂ टोटल वाइब्रेशनल मोड किन्ने आंदे ने 3n-5। अगर थोड़ा मॉलिक्यूल जो है दैट इज योर नॉन लीनियर ਤਾਂ टोटल वाइब्रेशनल मोड किन्ने आंदे ने ਤੁਹਾਡੇ 3n-6। नाउ दे आर टॉकिंग अबाउट वाटर। वाटर ਕੀ ਹੁੰਦਾ ਹੈ ਤੁਹਾਡਾ नॉन लीनियर है बेंट शेप ਹੁੰਦੀ है एंड टोटल नंबर ऑफ एटम्स किन्ने ने वाटर ਦੇ ਵਿੱਚ 3 ਨੇ ਤਾਂ ਆਪਾਂ ਆਹ ਫਾਰਮੂਲਾ ਅਪਲਾਈ ਕਰਾਂਗੇ ਤਾਂ ਦੇਖੋ ਕੀ ਬਣੇਗਾ 3 into 3 - 6 that means ਕਿੰਨਾ ਆਏਗਾ 9 - 6 मतलब 3 so that means ਆਪਾਂ ਨੂੰ ਟੋਟਲ ਵਾਟਰ ਦੇ ਵਿੱਚ 3 IR ਬੈਂਡਸ ਕੀ ਹੋਣਗੇ ਮਿਲਣਗੇ ਤਾਂ 44 ਦਾ ਆਨਸਰ ਕੀ ਆਏਗਾ ਤੁਹਾਡਾ A ਆਪਸ਼ਨ। क्वेश्चन नंबर 45 बहुत बारी रिपीटेड क्वेश्चन है 45 बहुत बारी पेपर च पूछा जा चुका है कि यूवी स्पेक्ट्रम ऑफ एसिटाल्डिहाइड देखो एसिटाल्डिहाइड ਹੁੰਦਾ ਕੀ ਹੈ that is the formula of your एसिटाल्डिहाइड ਤਾਂ जनरली देखो जो यूवी स्पेक्ट्रा है that basically ਕੀ ਚੀਜ਼ ਨੂੰ ਆਪਾਂ ਡਿਸਕਸ ਕਰਦੇ ਹਾਂ ਇਹਦੇ ਵਿੱਚ ਆਪਣੇ ਇਲੈਕਟ੍ਰੋਨਿਕ ਟ੍ਰਾਂਜੀਸ਼ਨਸ ਨੂੰ ਆਪਾਂ ਇਹਦੇ ਵਿੱਚ ਕੀ ਕਰਦੇ ਹਾਂ ਆਬਜ਼ਰਵ ਕਰਦੇ ਹਾਂ ਤਾਂ ਦੇਖੋ ਇਹਦੇ ਵਿੱਚ ਪਾਈ ਬੌਂਡ ਹੈ so that means pi to pi star transitions possible है bonding to anti bonding pi to pi star anti bonding transitions possible दूसरा देखो ਇਹਦੇ ਵਿੱਚ ਕੀ ਹੈ ਤੁਹਾਡਾ ਆਕਸੀਜਨ ਦੇ ਉੱਪਰ ਲੋਨ ਪੇਅਰ ਪ੍ਰੈਜ਼ੈਂਟ ਨੇ and that are known as your non bonding electron ਲੋਨ ਪੇਅਰ मतलब जो ਕਿਸੇ bonding ਚ participate ਨਹੀਂ ਕਰਦੇ ਉਹਨਾਂ ਨੂੰ ਆਪਾਂ ਬੋਲਦੇ ਹਾਂ non bonding electron and that can make a transition to your pi star orbital देखो ਕਿੱਦਾਂ ਪ੍ਰੈਜ਼ੈਂਟ ਹੁੰਦੇ ਨੇ ਸਭ ਤੋਂ ਪਹਿਲਾਂ ਸਿਗਮਾ then ਆਂਦਾ ਹੈ ਪਾਈ then ਆਂਦੇ ਨੇ ਤੁਹਾਡੇ ਨॉन ਬੌਂਡਿੰਗ then ਆਂਦੇ ਨੇ ਤੁਹਾਡੇ ਪਾਈ ਸਟਾਰ ਐਂਡ ਸਭ ਤੋਂ ਉੱਪਰ ਕੀ ਹੁੰਦੇ ਨੇ ਤੁਹਾਡੇ ਸਿਗਮਾ ਸਟਾਰ ਨੇ ਤਾਂ ਤੁਸੀਂ ਦੇਖੋ ਜੋ ਗਿਵਨ ਮੋਲੀਕੂਲ ਹੈ ਪਾਈ ਬੌਂਡ ਹੈ ਤਾਂ ਪਾਈ ਹੈ ਤਾਂ ਉਹਦੇ ਵਿੱਚ ਪਾਈ ਸਟਾਰ ਹੋਏਗਾ ਤਾਂ ਪਾਈ ਟੂ ਪਾਈ ਸਟਾਰ ਟ੍ਰਾਂਜੀਸ਼ਨ ਪੋਸੀਬਲ ਹੈ ਆਕਸੀਜਨ ਦੇ ਉੱਪਰ ਲੋਨ ਪੇਅਰ ਪ੍ਰੈਜ਼ੈਂਟ ਨੇ that means non bonding ਚ ਇਲੈਕਟ੍ਰੋਨ ਪਏ ਨੇ and that can show your n to sigma star pi star transition ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ C option that means pi to pi star and n to pi star transition are shown by acetaldehyde molecule. Question number 46 that is from your NMR spectrum. क्वेश्चन नंबर 46 एनएमआर ਦਾ क्वेश्चन ਹੈ ਇੰਪੋਰਟੈਂਟ ਹੈ ਤਾਂ ਦੇਖੋ ਕੀ ਕਹਿੰਦੇ ਇੱਕ ਐਨਐਮਆਰ ਦਾ ਸਪੈਕਟਰਮ ਲਿੱਤਾ ਹੈ ਤੁਹਾਡੇ ਕੋਲ ਦੋ ਸਿਗਨਲ ਮਿਲਦੇ ਨੇ ਪਹਿਲਾ ਸਿਗਨਲ ਆ ਰਿਹਾ ਹੈ 3.9 ਤੇ एंड दूसरा सिग्नल आ रहा है थोड़ा 3.5 ਤੇ ਕਹਿੰਦੇ ਸਪਿਨ ਕਪਲਿੰਗ ਕਾਂਸਟੈਂਟ J ਦੀ ਵੈਲਿਊ ਲਿਖਣੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਸਮਝ ਲਓ ਜੋ J ਹੁੰਦਾ ਹੈ ਕਪਲਿੰਗ ਕਾਂਸਟੈਂਟ ਉਹ ਕਾਦੇ ਇਕੁਅਲ ਹੁੰਦਾ ਹੈ that is the separation between two peaks ਇਹਦਾ ਜੋ ਫਾਰਮੂਲਾ ਹੈ ਉਹ ਕੀ ਹੁੰਦਾ ਹੈ separation of two peaks ਜੋ ਵੀ ਤੁਹਾਡਾ separation ਹੈ two peaks ਦਾ ਉਹ into ਜੋ ਵੀ ਤੁਸੀਂ ਫ੍ਰੀਕੁਐਂਸੀ ਦਾ ਸਪੈਕਟ੍ਰੋਮੀਟਰ ਲੈ ਰਹੇ ਹੋ frequency of spectrophotometer used ਜੋ ਵੀ ਤੁਸੀਂ ਸਪੈਕਟ੍ਰੋਫੋਟੋਮੀਟਰ ਯੂਜ਼ ਕਰ ਰਹੇ ਹੋ ਉਸ ਦੀ ਫ੍ਰੀਕੁਐਂਸੀ ਕਿੰਨੀ ਹੈ ਤਾਂ ਤੁਸੀਂ ਦੇਖੋ ਇੱਥੇ ਹੁਣ ਦੇਖੋ ਡਿਫਰੈਂਸ ਕਿੰਨਾ ਹੈ ਸੈਪਰੇਸ਼ਨ ਕਿੰਨਾ ਹੈ ਇਹਦੇ ਵਿੱਚ 0.4 ppm ਦਾ ਡਿਫਰੈਂਸ ਕਿੰਨੇ ਦਾ ਹੈ 0.4 ppm ਦਾ ਤਾਂ J ਵੈਲਿਊ ਕੀ ਆਏਗੀ 0.4 ppm into ਸਪੈਕਟ੍ਰੋਫੋਟੋਮੀਟਰ ਦੀ ਫ੍ਰੀਕੁਐਂਸੀ ਕਿੰਨੀ ਹੈ ਤੁਹਾਡੀ 100 ਮੈਗਾਹਰਟਜ਼ 100 ਮੈਗਾਹਰਟਜ਼ ਤਾਂ ਜਦੋਂ ਤੁਸੀਂ ਇਸ ਨੂੰ ਸੋਲਵ ਕਰੋਗੇ ਤਾਂ ਆਨਸਰ ਕਿੰਨਾ ਬਣੇਗਾ ਤੁਹਾਡਾ 40 ਦੇਖੋ ਹੁਣ ਤੁਸੀਂ ਕਹੋਗੇ ppm ਦੇਖੋ ppm ਦਾ ਮਤਲਬ ਕੀ ਹੁੰਦਾ ਹੈ ਤੁਹਾਡਾ 1 by 10 raised to power 6 and megahertz ਦਾ ਮਤਲਬ ਕੀ ਹੁੰਦਾ ਹੈ 10 raised to power 6 hertz ਤਾਂ ਦੇਖੋ 10 raised to power 6 ਦੇ ਨਾਲ 10 raised to power 6 ਕੈਨਸਲ ਹੋ ਜਾਏਗਾ ਤਾਂ ਜੋ ਵੀ ਆਨਸਰ ਆਏਗਾ that will be in your hertz ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ C option that is a important concept ਹੈ ਇਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ okay next है question number 47 that is the reduction of your
ਡਾਈਫਿਨਾਈਲ ਡਾਈਫਿਨਾਈਲ ਐਸਿਟਿਲੀਨ ਕੀ ਹੈ ਤੁਹਾਡੀ, ਆਪਾਂ ਸਟਰਕਚਰ ਡਰਾ ਕਰਦੇ ਹਾਂ। ਦਿਸ ਇਜ਼ ਦਾ ਸਟਰਕਚਰ ਆਫ ਯਰ ਡਾਈਫਿਨਾਈਲ ਐਸਿਟਿਲੀਨ ਐਂਡ ਤੁਸੀਂ ਉਸਨੂੰ ਕਨਵਰਟ ਕਰਨਾ ਹੈ ਤੁਹਾਡਾ ਸਿਸ ਐਲਕੀਨ ਦੇ ਵਿੱਚ। ਕਾਹਦੇ ਵਿੱਚ ਕਨਵਰਟ ਕਰਨਾ ਹੈ ਤੁਹਾਡਾ, ਸਿਸ ਐਲਕੀਨ ਦੇ ਵਿੱਚ। ਤਾਂ ਦੋ ਤਿੰਨ ਗੱਲਾਂ ਦੱਸਦਾ ਹਾਂ, ਧਿਆਨ ਨਾਲ ਸਮਝਿਓ ਕਿ ਅਗਰ ਤੁਸੀਂ ਆਪਣੀ ਐਲਕਾਈਨ ਨੂੰ, ਟ੍ਰਿਪਲ ਬੌਂਡ ਨੂੰ ਸਿਸ ਐਲਕੀਨ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਉੱਥੇ ਆਪਾਂ ਕੀ ਯੂਜ਼ ਕਰਦੇ ਹਾਂ ਤੁਹਾਡਾ ਲਿੰਡਲਾਰ ਕੈਟਲਿਸਟ। ਲਿੰਡਲਾਰ ਕੈਟਲਿਸਟ ਕੀ ਕਰਦਾ ਹੈ ਤੁਹਾਡਾ ਐਲਕਾਈਨ ਨੂੰ ਸਿਸ ਐਲਕੀਨ ਦੇ ਵਿੱਚ ਕਨਵਰਟ ਕਰ ਦਿੰਦਾ ਹੈ। ਠੀਕ ਹੈ, ਤਾਂ ਇੱਥੇ ਆਂਸਰ ਕੀ ਆਏਗਾ, ਬੀ ਆਪਸ਼ਨ। ਪਰ ਜੋ ਆਪਣੇ ਕੋਲ ਬਾਕੀ ਆਪਸ਼ਨ ਨੇ ਆਪਾਂ ਉਹ ਵੀ ਸਮਝਦੇ ਹਾਂ। ਪਹਿਲਾ ਆਪਸ਼ਨ ਕੀ ਹੈ ਤੁਹਾਡਾ ਹਾਈਡਰੋਜਨ ਇਨ ਪਲੈਟੀਨਮ। ਤਾਂ ਹਾਈਡਰੋਜਨ ਇਨ ਪਲੈਟੀਨਮ ਕੀ ਕਰੇਗਾ, ਤੁਹਾਡੇ ਐਲਕਾਈਨ ਨੂੰ ਕਾਹਦੇ ਵਿੱਚ ਕਨਵਰਟ ਕਰ ਦੇਗਾ, ਕੋਰਸਪੋਂਡਿੰਗ ਐਲਕੇਨ ਦੇ ਵਿੱਚ ਕਨਵਰਟ ਕਰ ਦੇਗਾ ਐਂਡ ਦੈਟ ਇਜ਼ ਅ ਵੈਰੀ ਰਿਐਕਟਿਵ ਰਿਡਿਊਸਿੰਗ ਏਜੰਟ। ਇਹ ਤੁਹਾਡੇ ਕੀ ਕਰ ਦੇਗਾ, ਟ੍ਰਿਪਲ ਬੌਂਡ ਨੂੰ ਸਿੰਗਲ ਬੌਂਡ ਚ ਕਨਵਰਟ ਕਰ ਦੇਗਾ, ਜਦ ਕਿ ਆਪਾਂ ਤਾਂ ਰਿਐਕਸ਼ਨ ਤੁਹਾਡੇ ਐਲਕੀਨ ਸਟੈਪ ਤੱਕ ਹੀ ਰੋਕਣੀ ਹੈ। ਤਾਂ ਇੱਥੇ A ਆਪਸ਼ਨ ਕੀ ਹੈ ਤੁਹਾਡਾ, ਇਨਕਰੈਕਟ ਹੈ। ਨੈਕਸਟ ਹੈ ਤੁਹਾਡਾ C ਆਪਸ਼ਨ, ਦੈਟ ਇਜ਼ ਯੂਰ ਬਿਰਚ ਰਿਡਕਸ਼ਨ ਹੈ। ਇਹ ਤੁਹਾਡਾ ਬਿਰਚ ਰਿਡਕਸ਼ਨ ਦਾ ਰੀਜੈਂਟ ਹੈ ਐਂਡ ਜੋ ਬਿਰਚ ਰਿਡਕਸ਼ਨ ਹੈ ਉਹ ਤੁਹਾਡਾ ਕੀ ਕਰਦਾ ਹੈ, ਐਲਕਾਈਨ ਨੂੰ ਕਾਹਦੇ ਵਿੱਚ ਕਨਵਰਟ ਕਰ ਦਿੰਦਾ ਹੈ, ਤੁਹਾਡੇ ਟਰਾਂਸ ਐਲਕੀਨ ਦੇ ਵਿੱਚ ਕਨਵਰਟ ਕਰਦਾ ਹੈ। ਧਿਆਨ ਰੱਖਣਾ ਕਿ ਅਗਰ ਤੁਸੀਂ ਐਲਕਾਈਨ ਨੂੰ ਟਰਾਂਸ ਦੇ ਵਿੱਚ ਕਨਵਰਟ ਕਰਨਾ ਹੈ ਫਿਰ ਤੁਸੀਂ ਕਿਹੜਾ ਆਪਸ਼ਨ ਚੂਜ਼ ਕਰਦੇ, C ਆਪਸ਼ਨ ਚੂਜ਼ ਕਰਦੇ। ਬਟ ਇੱਥੇ ਇਹਨਾਂ ਨੇ ਸਿਸ ਦਿੱਤਾ ਹੈ ਤਾਂ ਆਂਸਰ ਕੀ ਆਊਗਾ ਤੁਹਾਡਾ, B ਆਪਸ਼ਨ ਆਏਗਾ। ਨੈਕਸਟ ਹੈ ਤੁਹਾਡਾ ਲੀਥੀਅਮ ਐਲੂਮੀਨੀਅਮ ਹਾਈਡਰਾਈਡ। ਦੇਖੋ ਜੋ ਲੀਥੀਅਮ ਐਲੂਮੀਨੀਅਮ ਹਾਈਡਰਾਈਡ ਹੈ ਉਹ ਤੁਹਾਡੇ ਟਰਮੀਨਲ ਐਲਕਾਈਨ ਦੇ ਨਾਲ ਜਾਂ ਤੁਹਾਡਾ ਜੋ ਐਲਕਾਈਨ ਹੁੰਦਾ ਹੈ ਸਿਰਫ ਉਸ ਦੇ ਨਾਲ ਹੀ ਰਿਐਕਟ ਕਰਦਾ ਹੈ, ਤੁਹਾਡੇ ਜੋ ਸਿੰਪਲ ਇਸ ਤਰ੍ਹਾਂ ਦੀ ਐਲਕਾਈਨ ਹੈ ਉਸ ਦੇ ਨਾਲ ਰਿਐਕਟ ਨਹੀਂ ਕਰਦਾ। ਤਾਂ ਇੱਥੇ ਆਂਸਰ ਕੀ ਆਏਗਾ ਤੁਹਾਡਾ, ਬੀ ਆਪਸ਼ਨ ਲਿੰਡਲਾਰ ਕੈਟਲਿਸਟ। ਲਿੰਡਲਾਰ ਕੈਟਲਿਸਟ ਕੀ ਕਰਦਾ ਹੈ, ਤੁਹਾਡੇ ਐਲਕਾਈਨ ਨੂੰ ਤੁਹਾਡੀ ਸਿਸ ਐਲਕੀਨ ਦੇ ਵਿੱਚ ਕਨਵਰਟ ਕਰ ਦਿੰਦਾ ਹੈ। ਕੁਐਸਚਨ ਨੰਬਰ 48। ਕੁਐਸਚਨ ਨੰਬਰ 48 ਦੇ ਵਿੱਚ ਧਿਆਨ ਨਾਲ ਸਮਝਣਾ ਹੈ, ਟਰਾਂਸ ਡਾਈਹਾਈਡਰੋਕਸਿਲੇਸ਼ਨ ਕਰਵਾਨੀ ਹੈ ਐਲਕੀਨ ਦੀ। ਤਾਂ ਟਰਾਂਸ ਡਾਈਹਾਈਡਰੋਕਸਿਲੇਸ਼ਨ ਦਾ ਮਤਲਬ ਕੀ ਹੈ ਕਿ ਤੁਸੀਂ ਦੋ ਹਾਈਡਰੋਕਸੀ ਗਰੁੱਪ ਐਡ ਕਰਵਾਣੇ ਨੇ ਐਂਡ ਦੋਨੋਂ ਜੋ ਹਾਈਡਰੋਕਸੀ ਗਰੁੱਪ ਨੇ that should be trans to each other। that means ਅਗਰ ਇੱਕ ਕਾਰਬਨ ਦੇ ਉੱਪਰ OH ਉੱਪਰ ਦੀ ਤਰਫ ਹੈ ਤਾਂ ਦੂਸਰੇ ਦਾ ਜੋ OH ਆਏਗਾ ਉਹ ਨੀਚੇ ਦੀ ਤਰਫ ਆਏਗਾ। ਠੀਕ ਹੈ, ਇਹ ਚੀਜ਼ ਹੈ। ਦੇਖੋ ਪਹਿਲਾ ਜੋ ਆਪਸ਼ਨ ਦਿੱਤਾ ਹੈ ਤੁਹਾਡੇ ਕੋਲੇ ਓਸਮੀਅਮ ਟੈਟਰਾਆਕਸਾਈਡ ਐਂਡ ਜੋ ਸੈਕਿੰਡ ਆਪਸ਼ਨ ਹੈ KMnO4। ਦੇਖੋ ਦੋਨਾਂ ਦਾ ਕੰਮ ਹੁੰਦਾ ਹੈ ਡਾਈਹਾਈਡਰੋਕਸਿਲੇਸ਼ਨ ਕਰਵਾਣਾ, ਬਟ ਇਹ ਸਿਸ ਡਾਈਹਾਈਡਰੋਕਸਿਲੇਸ਼ਨ ਕਰਵਾਉਂਦੇ ਨੇ, ਟਰਾਂਸ ਡਾਈਹਾਈਡਰੋਕਸਿਲੇਸ਼ਨ ਨਹੀਂ ਕਰਵਾਉਂਦੇ। ਦੇਖੋ ਇਹ ਜੋ ਦੋਨੋਂ ਕਨਸੈਪਟ ਨੇ ਆਪਾਂ ਹਾਈਡਰੋਕਾਰਬਨ ਚੈਪਟਰ ਦੇ ਵਿੱਚ ਸਟੱਡੀ ਕਰਦੇ ਹਾਂ। ਓਸਮੀਅਮ ਟੈਟਰਾਆਕਸਾਈਡ ਐਂਡ ਜੋ KMnO4 ਹੁੰਦੇ ਨੇ ਉਹ ਤੁਹਾਡੇ ਸਿਸ ਡਾਈਹਾਈਡਰੋਕਸਿਲੇਸ਼ਨ ਕਰਵਾਉਂਦੇ ਨੇ, ਤਾਂ ਕਰਕੇ ਇੱਥੇ ਆਪਾਂ ਨੂੰ ਪੁੱਛਿਆ ਕੀ ਹੈ, ਟਰਾਂਸ। ਤਾਂ A ਤੇ B ਕੀ ਹੈ ਤੁਹਾਡੇ ਰਿਜੈਕਟਡ ਨੇ। D ਆਪਸ਼ਨ ਚ ਕਿਹਾ ਹੈ ਤਿੰਨੇ ਚੈੱਕ ਕਰ ਸਕਦੇ ਹੋ ਗਲਤ ਹੈ, ਤਾਂ ਆਂਸਰ ਕੀ ਬਚਿਆ ਹੈ ਤੁਹਾਡਾ, C ਆਪਸ਼ਨ। ਹੁਣ ਆਪਾਂ ਇਹਨੂੰ ਸਮਝਦੇ ਹਾਂ C ਸਹੀ ਕਿੱਦਾਂ ਹੈ। ਦੇਖੋ ਜੋ ਤੁਹਾਡਾ ਡਬਲ ਬੌਂਡ ਐਲਕੀਨ ਹੈ, ਅਗਰ ਤੁਸੀਂ ਇਸਦੀ ਕਿਸੇ ਵੀ ਪਰਆਕਸਾਈਡ ਦੇ ਨਾਲ ਰਿਐਕਸ਼ਨ ਕਰਵਾਨੇ ਹੋ there will be a formation of your epoxide। ਕੀ ਬਣੇਗਾ ਤੁਹਾਡਾ, epoxide ਬਣੇਗਾ, ਮਤਲਬ ਇੱਕ ਸਾਈਕਲਿਕ ਰਿੰਗ ਬਣੇਗੀ। ਤਾਂ ਲੈਟ ਸਪੋਜ਼ ਕਰ ਲਓ ਜੋ ਤੁਹਾਡਾ epoxide ਬਣਿਆ ਹੈ that is from the above of the plane, that means ਤੁਹਾਡੀ ਤਰਫ ਰਿੰਗ ਆ ਰਹੀ ਹੈ। ਜਸਟ ਮੈਂ ਇੱਕ assumption ਮੰਨਿਆ ਹੈ। ਇਸ ਤੋਂ ਬਾਅਦ ਹਾਈਡਰੋਲਿਸਿਸ ਕਰ ਰਹੇ ਹੋ, ਮਤਲਬ ਰਿਐਕਸ਼ਨ ਕਾਦੇ ਨਾਲ ਕਰ ਰਹੇ ਹੋ, ਵਾਟਰ ਦੇ ਨਾਲ। ਹੁਣ ਦੇਖੋ ਕਿਉਂਕਿ ਆਲਰੇਡੀ ਗਰੁੱਪ ਤੁਹਾਡੀ ਤਰਫ ਆ ਰਿਹਾ ਹੈ, ਅਪ ਸਾਈਡ ਦਾ ਪਲੇਨ ਪ੍ਰੈਜ਼ੈਂਟ ਹੈ। ਹੁਣ ਦੇਖੋ ਜੋ ਵਾਟਰ ਹੈ ਉਹ ਵਾਟਰ ਕਿੱਥੋਂ ਅਟੈਕ ਕਰੇਗਾ, ਤੁਹਾਡਾ ਡਾਊਨ ਸਾਈਡ ਦਾ ਪਲੇਨ ਅਟੈਕ ਕਰੇਗਾ। ਵਾਟਰ ਕਿੱਥੇ ਅਟੈਕ ਕਰੇਗਾ, ਤੁਹਾਡਾ ਡਾਊਨ ਸਾਈਡ ਦਾ ਪਲੇਨ ਅਟੈਕ ਕਰੇਗਾ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਜੋ ਵਾਟਰ ਹੈ ਉਹ ਡਾਊਨ ਸਾਈਡ ਅਟੈਕ ਕਰੇਗਾ ਐਂਡ ਜੋ ਆਹ ਵਾਲਾ ਗਰੁੱਪ ਹੈ ਉਹ ਕਿੱਥੇ ਅਟੈਕ ਹੋ ਰਿਹਾ ਹੈ, ਤੁਹਾਡਾ ਅਪ ਸਾਈਡ ਪ੍ਰੈਜ਼ੈਂਟ ਹੈ। ਤਾਂ ਇਸ ਤਰ੍ਹਾਂ ਕਰਕੇ ਇੱਥੇ ਦੋਨੋਂ ਜੋ OH ਗਰੁੱਪ ਅਟੈਚ ਹੁੰਦੇ ਨੇ ਯੂਜ਼ਿੰਗ ਇਪੋਕਸੀਡੇਸ਼ਨ ਫਾਲੋਵਰਡ ਬਾਈ ਹਾਈਡਰੋਲਿਸਿਸ, ਇੱਥੇ ਕੀ ਹੁੰਦੀ ਹੈ ਤੁਹਾਡੀ ਟਰਾਂਸ ਐਡੀਸ਼ਨ ਹੁੰਦੀ ਹੈ। ਇਹ ਕੁਐਸਚਨ ਵੀ ਬਹੁਤ ਵਾਰੀ ਰਿਪੀਟ ਹੋ ਚੁੱਕਿਆ ਤੁਹਾਡੇ ਪਿਛਲੇ ਸਾਲਾਂ ਦੇ ਵਿੱਚ। ਤਾਂ 48 ਦਾ ਆਂਸਰ ਕੀ ਆਏਗਾ ਤੁਹਾਡਾ, C ਆਪਸ਼ਨ। Question number 49. The relative reactivity of benzene, aniline, toluene and nitrobenzene towards electrophilic substitution reaction। ਦੇਖੋ ਬੈਂਜ਼ੀਨ ਮੈਂ ਸ਼ਾਇਦ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਜੋ ਤੁਹਾਡੇ ਬੈਂਜ਼ੀਨਸ ਹੁੰਦੀਆਂ ਨੇ ਉਹ ਕਿਸ ਤਰ੍ਹਾਂ ਦੀਆਂ ਰਿਐਕਸ਼ਨਸ ਦਿੰਦੇ ਨੇ, ਤੁਹਾਡੀਆਂ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਦਿੰਦੀਆਂ ਨੇ। ਇਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡਾ one of the hydrogen ਜੋ ਐਟਮ ਹੈ that will get replaced by an ਇਨਕਮਿੰਗ ਇਲੈਕਟ੍ਰੋਫਾਈਲ। ਫॉर एग्जांपल ਮੰਨ ਲਓ ਆ ਤੁਹਾਡਾ ਕੀ ਹੈ,
ਬੈਂਜ਼ੀਨ ਹੈ। ਅਗਰ ਇਸ ਦੀ ਰਿਐਕਸ਼ਨ ਕਿਸੇ ਇਲੈਕਟ੍ਰੋਫਾਈਲ ਦੇ ਨਾਲ ਕਰਦੇ ਹੋ ਤਾਂ ਇੱਥੇ ਕੀ ਹੁੰਦਾ ਹੈ, ਤੁਹਾਡਾ ਇੱਕ ਹਾਈਡਰੋਜਨ ਰਿਪਲੇਸ ਹੋ ਜਾਂਦਾ ਹੈ ਤੁਹਾਡੇ ਇਲੈਕਟ੍ਰੋਫਾਈਲ ਦੇ ਨਾਲ। ਤਾਂ ਕਰਕੇ ਜੋ ਬੈਂਜ਼ੀਨ ਦੀਆਂ ਰਿਐਕਸ਼ਨਸ ਨੇ ਉਹਨੂੰ ਆਪਾਂ ਕੀ ਲਿਖਦੇ ਹਾਂ, ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ। ਹੁਣ ਦੇਖੋ ਸਮਝਣ ਵਾਲੀ ਗੱਲ ਕੀ ਹੈ ਕਿ ਬੈਂਜ਼ੀਨ ਦੇ ਉੱਪਰ ਇਲੈਕਟ੍ਰੋਫਾਈਲ ਅਟੈਕ ਕਰ ਰਿਹਾ ਹੈ, that means ਜੇ ਬੈਂਜ਼ੀਨ ਕੀ ਹੋਣੀ ਚਾਹੀਦੀ ਹੈ, should be ਇਲੈਕਟ੍ਰੋਨ ਰਿਚ। ਅਗਰ ਬੈਂਜ਼ੀਨ ਕੀ ਹੋਏਗੀ, ਇਲੈਕਟ੍ਰੋਨ ਰਿਚ ਹੋਏਗੀ ਤਾਂ ਹੀ ਇਲੈਕਟ੍ਰੋਫਾਈਲ ਇਸ ਦੇ ਉੱਪਰ ਅਟੈਕ ਕਰ ਪਾਏਗਾ। ਤਾਂ ਹੁਣ ਤੁਸੀਂ ਚੈੱਕ ਕਰਨਾ ਹੈ ਕਿ ਗਿਵਨ ਆਪਸ਼ਨਸ ਦੇ ਵਿੱਚੋਂ ਵਿਚ ਵਨ ਕਿਹਦੇ ਵਿੱਚ ਕੀ ਹੈ, ਤੁਹਾਡੀ ਇਲੈਕਟ੍ਰੋਨ ਦੀ ਡੈਂਸਿਟੀ ਸਭ ਤੋਂ ਜ਼ਿਆਦਾ ਹੈ। ਤਾਂ ਦੇਖੋ ਪਹਿਲੇ ਸਟੈਪ 'ਚ ਮੈਂ ਬਣਾ ਰਿਹਾ ਹਾਂ ਤੁਹਾਡਾ ਐਨੀਲੀਨ, ਸੈਕਿੰਡ ਡਰਾ ਕਰ ਰਿਹਾ ਹਾਂ ਤੁਹਾਡਾ ਟੋਲਵੀਨ, ਥਰਡ ਨੰਬਰ ਤੇ ਡਰਾ ਕਰ ਰਿਹਾ ਹਾਂ ਮੈਂ ਤੁਹਾਡਾ ਬੈਂਜ਼ੀਨ, ਐਂਡ ਫੋਰਥ ਨੰਬਰ ਤੇ ਡਰਾ ਕਰ ਰਿਹਾ ਹਾਂ ਤੁਹਾਡਾ ਨਾਈਟ੍ਰੋਬੈਂਜ਼ੀਨ। ਦੇਖੋ ਨਾਈਟ੍ਰੋਬੈਂਜ਼ੀਨ ਚ ਸਮਝੋ ਕਿ ਨਾਈਟ੍ਰੋ ਗਰੁੱਪ ਕੀ ਹੈ, ਤੁਹਾਡਾ ਇਲੈਕਟ੍ਰੋਨ ਵਿਦਡਰਾਇੰਗ ਹੈ। ਇਲੈਕਟ੍ਰੋਨ ਵਿਦਡਰਾ ਕਰ ਹੋਣ ਕਰਕੇ ਇਲੈਕਟ੍ਰੋਨ ਨੂੰ ਖਿੱਚੇਗਾ, ਬੈਂਜ਼ੀਨ ਦੀ ਇਲੈਕਟ੍ਰੋਨ ਡੈਂਸਿਟੀ ਨੂੰ ਕੀ ਕਰ ਦੇਗਾ, ਘਟਾ ਦੇਗਾ। ਅਗਰ ਇਹਦੀ ਇਲੈਕਟ੍ਰੋਨ ਡੈਂਸਿਟੀ ਘਟ ਜਾਏਗੀ ਤਾਂ ਰਿਐਕਸ਼ਨ ਦਾ ਜੋ ਰੇਟ ਹੈ ਉਹ ਕੀ ਹੋ ਜਾਏਗਾ, ਤੁਹਾਡਾ ਸਲੋ ਹੋ ਜਾਏਗਾ। ਤਾਂ ਨਾਈਟ੍ਰੋਬੈਂਜ਼ੀਨ ਕੀ ਆਏਗਾ, ਸਭ ਤੋਂ ਲਾਸਟ ਤੇ ਆਏਗਾ। ਔਨ ਦਾ ਅਦਰ ਹੈਂਡ ਜੋ ਤੁਹਾਡਾ ਐਨਿਲੀਨ ਦੇ ਵਿੱਚ N ਗਰੁੱਪ ਹੈ, ਨਾਈਟ੍ਰੋਜਨ ਦੇ ਉੱਪਰ ਲੋਨ ਪੇਅਰ ਪ੍ਰੈਜ਼ੈਂਟ ਹੋਣ ਕਰਕੇ ਇਹ ਕੀ ਕਰ ਰਿਹਾ ਹੈ, ਇਲੈਕਟ੍ਰੋਨ ਡੈਂਸਿਟੀ ਨੂੰ ਇਨਕਰੀਜ਼ ਕਰ ਰਿਹਾ ਹੈ। ਅਗਰ ਇਲੈਕਟ੍ਰੋਨ ਡੈਂਸਿਟੀ ਵਧੇਗੀ ਤਾਂ ਇਲੈਕਟ੍ਰੋਫਿਲਿਕ ਜੋ ਸਬਸਟੀਟਿਊਸ਼ਨ ਰਿਐਕਸ਼ਨ ਦਾ ਜੋ ਰੇਟ ਹੈ ਉਹ ਵੀ ਵੱਧ ਜਾਏਗਾ। that means ਐਨਿਲੀਨ ਦੀ ਸਭ ਤੋਂ ਜ਼ਿਆਦਾ ਆਏਗੀ ਐਂਡ ਨਾਈਟ੍ਰੋਬੈਂਜ਼ੀਨ ਦੀ ਸਭ ਤੋਂ ਘੱਟ ਆਏਗੀ। ਤਾਂ ਇੱਥੇ ਆਨਸਰ ਕੀ ਆਏਗਾ 49 ਦਾ ਤੁਹਾਡਾ ਸੀ ਆਪਸ਼ਨ। that means ਬੈਂਜ਼ੀਨ ਦੇ ਉੱਪਰ ਜਿੰਨੇ ਜ਼ਿਆਦਾ ਇਲੈਕਟ੍ਰੋਨ ਡੈਂਸਿਟੀ ਜਿੰਨੀ ਜ਼ਿਆਦਾ ਹੋਏਗੀ ਓਨੀ ਹੀ ਫਾਸਟ ਤੁਹਾਡੀ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਹੋਣਗੀਆਂ। ਤਾਂ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਕੀ ਕਰੇਗਾ, ਰਿਐਕਸ਼ਨ ਨੂੰ ਫਾਸਟ ਕਰੇਗਾ ਐਂਡ ਜੋ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਹੈ ਉਹ ਤੁਹਾਡੀ ਰਿਐਕਸ਼ਨ ਦੀ ਰੇਟ ਨੂੰ ਕੀ ਕਰ ਦੇਣਗੇ, ਸਲੋ ਕਰ ਦੇਣਗੇ। The last question of this series is your question number 50. Which of the following compound has the following property? पहली property की है, that should be insoluble in your base। NaOH ਕੀ ਹੁੰਦਾ ਹੈ, ਤੁਹਾਡਾ base ਹੈ। ਹੁਣ ਤੁਹਾਨੂੰ ਪਤਾ ਹੈ ਦੇਖੋ acid plus base ਦਾ reaction ਕਰ ਜਾਂਦੇ ਨੇ, ਤਾਂ ਹੁਣ ਉਹਨਾਂ ਨੇ ਕਿਹਾ ਹੈ insoluble ਹੋਣਾ ਚਾਹੀਦਾ ਹੈ। insoluble ਦਾ ਮਤਲਬ ਕੀ ਹੈ ਕਿ ਜੋ ਤੁਹਾਡੀ ਪਹਿਲੀ ਕੰਡੀਸ਼ਨ ਹੈ ਉਹ ਕੀ ਕਹਿਣਾ ਚਾਹੁੰਦੀ ਹੈ ਕਿ ਤੁਹਾਡਾ given substance ਦੇ ਵਿੱਚ ਕੋਈ ਵੀ ਐਸਿਡਿਕ H ਪ੍ਰੈਜ਼ੈਂਟ ਨਹੀਂ ਹੋਣਾ ਚਾਹੀਦਾ, ਕਿਉਂਕਿ ਅਗਰ ਐਸਿਡਿਕ H ਹੋਇਆ ਤਾਂ ਉਹ ਤੁਹਾਡੇ ਬੇਸ ਦੇ ਨਾਲ ਰਿਐਕਟ ਕਰ ਜਾਏਗਾ ਤਾਂ ਸੋਲੂਬਲ ਹੋ ਜਾਏਗਾ। ਬਟ ਇਹਨਾਂ ਨੇ ਕੀ ਕਿਹਾ ਹੈ, ਤੁਹਾਡਾ ਇਨਸੋਲੂਬਲ ਚਾਹੀਦਾ ਹੈ। ਇਨਸੋਲੂਬਲ ਦਾ ਮਤਲਬ देयर शुड बी नो ਐਸਿਡਿਕ H ਪ੍ਰੈਜ਼ੈਂਟ। ਤਾਂ ਦੇਖੋ ਆਪਸ਼ਨ ਚੈੱਕ ਕਰਦੇ ਹਾਂ, ਇਹ ਆਪਸ਼ਨ ਦੇਖੋ ਫਿਨੋਲ ਹੈ, ਤਾਂ ਫਿਨੋਲ ਦਾ H ਕੀ ਹੁੰਦਾ ਹੈ, ਤੁਹਾਡਾ ਐਸਿਡਿਕ ਹੁੰਦਾ ਹੈ। ਫਿਨੋਲ ਦਾ H ਕੀ ਹੁੰਦਾ ਹੈ, ਤੁਹਾਡਾ ਐਸਿਡਿਕ ਹੁੰਦਾ ਹੈ। that means ਇਹ ਆਪਸ਼ਨ ਰਿਜੈਕਟਡ ਹੋ ਚੁੱਕਿਆ ਹੈ। ਨਾਓ ਆਪਾਂ ਸੈਕਿੰਡ ਆਪਸ਼ਨ ਪੜ੍ਹਦੇ ਹਾਂ, on shaking with your ethanolic silver nitrate it gives precipitate। ਦੇਖੋ ਸਿਲਵਰ ਨਾਈਟ੍ਰੇਟ ਦੇ ਨਾਲ ਆਪਣੇ ਜੋ ਰਿਐਕਟ ਕਰਕੇ ਪ੍ਰੈਸਿਪਿਟੇਟ ਦਿੰਦੇ ਨੇ ਉਹ ਕੀ ਹੁੰਦੇ ਨੇ, ਤੁਹਾਡੇ ਹੈਲੋਜਨ। ਜਨਰਲੀ ਸਿਲਵਰ ਹੈਲਾਈਡ ਹੀ ਤੁਹਾਡੇ ਪ੍ਰੈਸਿਪਿਟੇਟ ਬਣਾਉਂਦੇ ਨੇ। that means ਆਪਾਂ ਹੁਣ ਜੋ ਗਿਵਨ ਆਪਸ਼ਨ ਚੋਂ ਇਸ ਤਰ੍ਹਾਂ ਦਾ ਆਪਸ਼ਨ ਲੱਭਣਾ ਹੈ ਜੋ ਕਿ ਈਜ਼ਲੀ ਤੁਹਾਡਾ ਹੈਲੋਜਨ ਨੂੰ ਰਿਮੂਵ ਕਰਵਾ ਦੇ। ਤਾਂ ਤੁਸੀਂ ਦੇਖ ਸਕਦੇ ਹੋ ਜੋ ਸੀ ਆਪਸ਼ਨ ਹੈ, ਸੀ ਆਪਸ਼ਨ ਦੇ ਵਿੱਚ ਦੇਖੋ ਜੋ ਬ੍ਰੋਮੀਨ ਹੈ, ਬ੍ਰੋਮੀਨ ਡਿਊ ਟੂ ਇਟਸ ਪਲਸ ਐਮ ਇਫੈਕਟ, ਤਾਂ ਇਹ ਕੀ ਕਰੇਗਾ, ਡਿਊ ਟੂ ਰੈਜ਼ੋਨੈਂਸ ਕਰਕੇ ਇੱਥੇ ਕੀ ਆ ਜਾਏਗਾ, ਕਾਰਬਨ ਤੇ ਇਹਦੇ ਵਿੱਚ ਕੀ ਆ ਜਾਏਗਾ, ਤੁਹਾਡਾ ਡਬਲ ਬੌਂਡ ਕਰੈਕਟਰ ਆ ਜਾਏਗਾ। ਤਾਂ ਡਬਲ ਬੌਂਡ ਕਰੈਕਟਰ ਆਣ ਕਰਕੇ ਇਸ ਬੌਂਡ ਨੂੰ ਬ੍ਰੇਕ ਕਰਨਾ ਕੀ ਹੋ ਜਾਏਗਾ, ਮੁਸ਼ਕਿਲ ਹੋ ਜਾਏਗਾ। ਅਗਰ ਇਹ ਬਾਹਰ ਨਿਕਲੇਗਾ ਨਹੀਂ ਤਾਂ ਸਿਲਵਰ ਦਾ ਪ੍ਰੈਸਿਪਿਟੇਟ ਬਣਨਾ ਨਹੀਂ। ਸੋ ਦੈਟ ਮੀਨਸ ਸੀ ਆਪਸ਼ਨ ਵੀ ਤੁਹਾਡਾ ਕੀ ਹੋਏਗਾ, ਰਿਜੈਕਟ ਹੋਏਗਾ। ਨਾਓ ਹੁਣ ਦੇਖਦੇ ਹਾਂ ਆਪਾਂ ਜੋ ਬੀ ਆਪਸ਼ਨ ਰਹਿ ਗਿਆ ਉਹ ਤੁਹਾਡਾ ਸਹੀ ਕਿਉਂ ਹੈ। ਇਹਦਾ ਆਨਸਰ ਕੀ ਆਏਗਾ, ਤੁਹਾਡਾ ਬੀ ਆਪਸ਼ਨ। ਦੇਖੋ ਸਮਝਦੇ ਹਾਂ ਬੀ ਆਪਸ਼ਨ ਸਹੀ ਕਿਉਂ ਹੈ। ਦੇਖੋ ਜਦੋਂ ਹੀ ਇਹਦੇ ਵਿੱਚੋਂ ਤੁਹਾਡਾ CH2Br ਬਾਹਰ ਨਿਕਲੇਗਾ, ਜਦੋਂ ਹੀ ਇੱਥੋਂ Br ਬਾਹਰ ਨਿਕਲਿਆ ਤਾਂ Br ਬਾਹਰ ਨਿਕਲਣ ਤੋਂ ਬਾਅਦ ਇੱਥੇ ਕੀ ਬਣੇਗਾ, ਤੁਹਾਡਾ ਕਾਰਬੋਕੇਟਾਈਨ CH2 ਪੋਜ਼ਿਟਿਵ। ਐਂਡ ਜੋ ਇਹ ਕਾਰਬੋਕੇਟਾਈਨ ਦੇਖੋ ਬਣਿਆ ਹੈ that is your resonance stabilized। ਇਹ ਕੀ ਹੈ, ਤੁਹਾਡਾ resonance stabilized ਹੈ। ਤਾਂ ਅਗਰ ਇਹ resonance stabilized ਹੈ so that means ਜੋ ਤੁਹਾਡਾ ਹੈਲਾਈਡ ਹੈ ਉਹ easily ਬਾਹਰ ਨਿਕਲ ਜਾਏਗਾ and that will form your precipitate of your silver halide। ਤਾਂ ਦੋਨੋਂ ਕੰਡੀਸ਼ਨਸ ਨੂੰ ਤੁਹਾਡਾ ਜੋ ਬੀ ਆਪਸ਼ਨ ਹੈ ਉਹ ਸੈਟੀਸਫਾਈ ਕਰਦਾ ਹੈ। ਤੇ ਇੱਥੇ ਆਨਸਰ ਕੀ ਆਏਗਾ, ਤੁਹਾਡਾ ਬੀ ਆਪਸ਼ਨ। ਆਨਸਰ ਕੀ ਆਏਗਾ, ਤੁਹਾਡਾ ਬੀ ਆਪਸ਼ਨ। That's all for your master cadre 2016 paper। Tomorrow we will discuss our next paper 2017।